ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਆਪਾਂ ਪੰਜਾਬ ਦੇ ਮੁਕੇਰੀਆਂ ਸ਼ਹਿਰ ਦੇ ਵਿੱਚ ਹੈਗੇ ਆ ਜੀ। ਮੁਕੇਰੀਆਂ ਸ਼ਹਿਰ ਦਾ ਬਾਜ਼ਾਰ ਵਾ ਜਿੱਥੇ ਆਪਾਂ ਇਸ ਵੇਲੇ ਖੜੇ ਹੈਗੇ ਆ। ਆਹ ਦੁਕਾਨ ਹੈ ਜੀ। ਮੈਂ ਤੁਹਾਨੂੰ ਮਸਲਾ ਵੀ ਸਾਰਾ ਦੱਸੂਗਾ ਮਸਲਾ ਕੀ ਹੈਗਾ ਆ। ਇਹ ਅੰਸਾਰੀ ਹੁਣਾਂ ਦੀ ਦੁਕਾਨ ਹੈਗੀ ਆ। ਇੱਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ, ਦੁਕਾਨਦਾਰ ਸਾਰੇ ਹੀ ਬਹੁਤ ਜ਼ਿਆਦਾ ਡਰੇ ਹੋਏ ਨੇ, ਸਹਿਮੇ ਹੋਏ ਨੇ। ਵਜ੍ਹਾ ਕੀ ਹੈਗੀ ਆ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ। ਮੈਂ ਤੁਹਾਨੂੰ ਪਹਿਲਾਂ ਇੱਕ ਇੱਕ ਕਰਕੇ ਦੁਕਾਨ ਦਿਖਾਉਣਾ ਜਿਹੜੀਆਂ ਦੁਕਾਨਾਂ ਇੱਥੇ ਬੰਦ ਕਰਵਾਈਆਂ ਗਈਆਂ ਨੇ। ਪਿਛਲੇ ਤਕਰੀਬਨ 13, 14, 15 ਦਿਨ ਹੋ ਚੱਲੇ ਨੇ। ਅੱਜ 15 ਦਿਨਾਂ ਤੋਂ ਦੁਕਾਨਾਂ ਬੰਦ ਨੇ। ਇੱਕ ਇੱਕ ਕਰਕੇ ਮੈਂ ਤੁਹਾਨੂੰ ਦੁਕਾਨਾਂ ਸਾਰੀਆਂ ਦਿਖਾਊਂਗਾ। ਇਹ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਇਹਨਾਂ ਮੁਸਲਮਾਨ ਵੀਰਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਪਿਛਲੇ 14, 15 ਦਿਨਾਂ ਤੋਂ ਬੰਦ ਨੇ। ਮਸਲਾ ਕੀ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਮਸਲਾ ਇਹ ਹੈ ਕਿ ਇੱਕ ਮੁਸਲਮਾਨ ਨੌਜਵਾਨ ਜਿਹੜਾ ਕਿ ਜਿਹਦੀ ਕਿ ਦੁਕਾਨ ਹੈ ਤੇ ਉਸ ਨੌਜਵਾਨ ਦੇ ਕਿਸੇ ਲੜਕੀ ਦੇ ਨਾਲ ਕੋਈ ਸਬੰਧ ਹੋ ਗਏ। ਉਹ ਵੀ ਬਾਲਗ ਸੀ, ਉਹ ਵੀ ਬਾਲਗ ਹੈ। ਉਸ ਤੋਂ ਬਾਅਦ ਮਾਮਲਾ ਬਹੁਤ ਜ਼ਿਆਦਾ ਭਖਿਆ। ਮਾਮਲੇ ਨੂੰ ਜਦੋਂ ਬਹੁਤ ਜ਼ਿਆਦਾ ਭਖਿਆ ਮਾਮਲਾ ਤੇ ਉਸ ਤੋਂ ਬਾਅਦ ਉਹ ਜਿਹੜਾ ਨੌਜਵਾਨ ਹੈ ਮੁਸਲਮਾਨ ਨੌਜਵਾਨ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਈ। ਉਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਉਹ ਇਸ ਵੇਲੇ ਜੋ ਮੈਨੂੰ ਪਤਾ ਲੱਗਾ ਜੇਲ੍ਹ ਦੇ ਵਿੱਚ ਬੰਦ ਹੈ। ਪਰ ਜਿਹੜੀਆਂ ਇਲਾਕੇ ਦੀਆਂ ਹੋਰ ਹਿੰਦੂ ਜਥੇਬੰਦੀਆਂ ਦੇ ਆਗੂ ਹੈਗੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਜਿਹੜੇ ਮੁਸਲਮਾਨ ਹੈਗੇ ਨੇ ਵੀ ਇਹਨਾਂ ਦੀਆਂ ਦੁਕਾਨਾਂ ਆਪਾਂ ਇੱਥੇ ਨਹੀਂ ਚੱਲਣ ਦੇਣੀਆਂ, ਆਪਾਂ ਇਹਨਾਂ ਦੇ ਕੋਲੋਂ ਦੁਕਾਨਾਂ ਖਾਲੀ ਕਰਵਾਉਣੀਆਂ ਨੇ। ਇਹ ਕਹਿਣਾ ਹੈ ਇੱਥੋਂ ਦੇ ਮੁਸਲਮਾਨ ਦੁਕਾਨਦਾਰਾਂ ਦਾ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਧਮਕੀਆਂ ਵੀ ਦਿੱਤੀਆਂ ਗਈਆਂ। ਉਹਨਾਂ ਦਾ ਕਹਿਣਾ ਕਿ ਸਾਡੀਆਂ ਦੁਕਾਨਾਂ ਦੇ ਬਾਹਰ ਪੱਥਰਬਾਜ਼ੀ ਵੀ ਕੀਤੀ ਗਈ ਹੈ। ਇੱਕ ਇੱਥੇ ਅੱਗੇ ਜਾ ਕੇ ਦੁਕਾਨ ਹੈ ਭੈਣ ਜੀ ਹੁਣਾਂ ਦੀ, ਉਹਨਾਂ ਦਾ ਕਹਿਣਾ ਹੈਗਾ ਕਿ ਮੇਰੀ ਦੁਕਾਨ ਦੇ ਉੱਪਰ ਗੋਲੀ ਵੀ ਚੱਲੀ ਹੈਗੀ ਆ। ਸੋ ਇੰਨਾ ਜ਼ਿਆਦਾ ਮਾਮਲਾ ਭਖਿਆ ਹੋਇਆ। ਪ੍ਰਸ਼ਾਸਨ ਦੀ ਕੀ ਕਾਰਗੁਜ਼ਾਰੀ ਆ, ਡੀਐਸਪੀ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈਗਾ। ਪ੍ਰਸ਼ਾਸਨ ਇੰਨੇ ਦਿਨਾਂ ਤੋਂ ਦੁਕਾਨਾਂ ਬੰਦ ਨੇ, ਇੰਨੇ ਦਿਨਾਂ ਤੋਂ ਇਹ ਸਾਰੇ ਲੋਕ ਡਰ ਦੇ ਮਾਹੌਲ ਵਿੱਚ ਹੈਗੇ ਨੇ। ਪ੍ਰਸ਼ਾਸਨ ਨੇ ਹਾਲੇ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਔਰ ਇਹਨਾਂ ਦੀਆਂ ਦੁਕਾਨਾਂ ਹਾਲੇ ਤੱਕ ਕਿਉਂ ਨਹੀਂ ਖੁਲਵਾਈਆਂ। ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਚਿਹਰਿਆਂ ਦੇ ਉੱਪਰ ਜਿਹੜਾ ਖੌਫ ਹੈ, ਜਿਹੜਾ ਡਰ ਹੈ, ਉਹ ਡਰ ਦੂਰ ਕਰਨ ਦੇ ਵਾਸਤੇ ਹਕੂਮਤ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚਾਰਾਜੋਈ ਹਾਲੇ ਤੱਕ ਕਿਉਂ ਨਹੀਂ ਕੀਤੀ ਗਈ ਹੈ। ਆਹ ਸਾਰੇ ਨੇ ਜੀ ਉਹ ਨੌਜਵਾਨ ਜਿਨ੍ਹਾਂ ਦੀਆਂ ਦੁਕਾਨਾਂ ਨੇ। ਇੱਧਰ ਵੀ ਖੜੇ ਨੇ ਵੀਰ। ਇਹ ਸਾਰੇ ਮੁਸਲਮਾਨ ਵੀਰ ਹੈਗੇ ਨੇ ਜਿਨ੍ਹਾਂ ਦੀਆਂ ਇੱਥੇ ਦੁਕਾਨਾਂ ਨੇ। ਕਿਸੇ ਨੂੰ 4-4, 5-5 ਸਾਲ ਹੋ ਗਏ ਨੇ ਔਰ ਕਿਸੇ ਨੂੰ ਆਪਾਂ ਜਿਨ੍ਹਾਂ ਦੀ ਦੁਕਾਨ ਦੇ ਬਾਹਰ ਖੜੇ ਹੈਗੇ ਆ ਉਹਨਾਂ ਨੂੰ ਤੇ 28 ਵਰ੍ਹੇ ਹੋ ਗਏ। ਇੱਥੇ ਉਹਨਾਂ ਦਾ ਆਪਣਾ ਘਰ ਹੈਗਾ। ਇੱਥੇ 28 ਸਾਲਾਂ ਤੋਂ ਦੁਕਾਨ ਕਰ ਰਹੇ ਨੇ ਅੰਸਾਰੀ ਜੀ। ਅੰਸਾਰੀ ਜੀ ਦੀ ਦੁਕਾਨ ਤੇ ਆਪਾਂ ਹੈਗੇ। ਇੱਕ ਵਾਰੀ ਬੋਰਡ ਦਿਖਾ ਦਿਓ ਜੀ। ਆਹ ਅੰਸਾਰੀ ਟੇਲਰ, ਅੰਸਾਰੀ ਟੇਲਰਸ। 28 ਵਰ੍ਹਿਆਂ ਤੋਂ ਦੁਕਾਨ ਆ ਜੀ। ਅੰਸਾਰੀ ਜੀ ਨੂੰ ਮਾੜਾ ਜਿਹਾ ਦਿਖਾ ਵੀ ਦਿਓ। ਇਹ ਨੇ ਅੰਸਾਰੀ ਜੀ। 28 ਵਰ੍ਹਿਆਂ ਤੋਂ ਇੱਥੇ ਦੁਕਾਨਦਾਰੀ ਕਰਦੇ ਨੇ ਔਰ ਅੱਜ ਇਹਨਾਂ ਨੂੰ ਆਹ ਮੁਸੀਬਤ ਇੱਥੇ ਆਣ ਪਈ ਹੈਗੀ ਆ। ਇਹ ਸਾਰੇ ਨੌਜਵਾਨ ਫਿਰ ਇਕੱਠੇ ਹੋ ਕੇ ਦੁਕਾਨਦਾਰ ਹੁਸ਼ਿਆਰਪੁਰ ਗਏ ਸੀਗੇ। ਉੱਥੇ ਸਾਂਝਾ ਫਰੰਟ ਹੈਗਾ ਇੱਕ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਹੈ। ਉਹਨਾਂ ਦੇ ਆਗੂਆਂ ਦੇ ਨਾਲ ਜਾ ਕੇ ਇਹਨਾਂ ਨੇ ਗੱਲਬਾਤ ਕੀਤੀ। ਇਹਨਾਂ ਨੇ ਆਪਣਾ ਮਸਲਾ ਉਹਨਾਂ ਨੂੰ ਦੱਸਿਆ। ਉਹ ਵੀ ਸਾਰੇ ਆਏ ਹੋਏ ਆ। ਉਹ ਜਿੱਥੇ ਬੈਠੇ ਨੇ ਆਪਾਂ ਉਹਨਾਂ ਦੇ ਕੋਲ ਵੀ ਚੱਲਾਂਗੇ। ਉਹਨਾਂ ਦਾ ਕੀ ਕਹਿਣਾ ਹੈਗਾ। ਡੀਐਸਪੀ ਸਾਹਿਬ ਵੀ ਉੱਥੇ ਆਉਣਗੇ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਜਿਹੜੇ ਇਹ ਸਾਰੇ ਦੁਕਾਨਦਾਰ ਹੈਗੇ ਨੇ ਆਪਾਂ ਇਹਨਾਂ ਨਾਲ ਵੀ ਕਰਦੇ ਹਾਂ ਸਾਰੀ ਗੱਲਬਾਤ। ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਤੁਹਾਡੀ ਕੀ ਰਾਏ ਹੈ। ਆਖਰ ਇਹਨਾਂ ਨੂੰ ਟਾਰਗੇਟ ਕਿਉਂ? ਜੇ ਇੱਕ ਬੰਦੇ ਨੇ ਕਿਸੇ ਨੇ ਕੋਈ ਗੁਨਾਹ ਕੀਤਾ ਹੈਗਾ ਤਾਂ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹਨੂੰ ਮੈਨੂੰ ਪਤਾ ਲੱਗਾ ਹੈਗਾ ਕਿ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਹੈਗਾ ਉਸ ਨੌਜਵਾਨ ਦੇ ਖਿਲਾਫ ਔਰ ਉਹ ਮੈਨੂੰ ਪਤਾ ਲੱਗਾ ਕਿ ਜੇਲ੍ਹ ਦੇ ਵਿੱਚ ਵੀ ਹੈਗਾ ਉਹ। ਪਰ ਜਿਹੜੇ ਬਾਕੀ ਦੁਕਾਨਾਂ ਹੈਗੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਇਹਨਾਂ ਦਾ ਕਹਿਣਾ ਹੈਗਾ ਕਿ ਸਾਡੀਆਂ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ। ਕੌਣ ਲੋਕ ਦੁਕਾਨਾਂ ਬੰਦ ਕਰਵਾਉਂਦੇ ਨੇ ਜਾਣਦੇ ਆ। ਇੱਕ ਹੋਰ ਵੀ ਪਤਾ ਲੱਗਾ ਸੀਗਾ ਕਿ ਗੋਲੀ ਵੀ ਚੱਲੀ ਹੈ ਇੱਕ ਦੁਕਾਨ। ਇਹ ਭੈਣ ਜੀ ਹੈਗੇ ਨੇ ਇਹਨਾਂ ਦੀ ਦੁਕਾਨ ਦੇ ਉੱਪਰ ਗੋਲੀ ਵੀ ਚੱਲੀ ਹੈ। ਆਪਾਂ ਕਰਦੇ ਹਾਂ ਗੱਲਬਾਤ। ਸਾਰੇ ਦੁਕਾਨਦਾਰ ਵੀਰ ਹੈਗੇ ਨੇ ਮੇਰੇ ਨਾਲ। ਭੈਣ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ। ਅੱਛਾ, ਤੁਹਾਡੀ ਦੁਕਾਨ ਤੇ ਕੀ ਹੋਇਆ ਸੀਗਾ? ਸਾਡੀ ਦੁਕਾਨ ਤੇ ਪਿਛਲੇ ਵੀਰਵਾਰ ਤੋਂ ਮਤਲਬ ਕਿ ਕੋਈ 3:30 ਪੌਣੇ 4 ਵਜੇ ਦੇ ਕਰੀਬ ਕੋਈ 3 ਲੜਕੇ ਆਏ ਆ। ਉਹਨਾਂ ਨੇ ਅੰਦਰ ਆ ਕੇ ਪੁੱਛਿਆ ਵਾ ਕਿ ਅਲੀ ਬੁਟੀਕ ਕਿਹੜੀ ਹੈ ਔਰ ਸਾਡੇ ਕਾਰੀਗਰ ਕੰਮ ਕਰ ਰਹੇ ਸੀਗੇ ਜਿਹਦੇ ਵਿੱਚ ਮੇਰਾ ਭਤੀਜਾ ਸਾਜਨ ਵੀ ਸੀਗਾ ਔਰ ਉਹਨਾਂ ਨੇ ਇਹ ਦੱਸਿਆ ਕਿ ਸਾਨੂੰ ਨਹੀਂ ਪਤਾ ਅਲੀ ਬੁਟੀਕ ਕਿਹੜੀ ਹੈ। ਔਰ ਉਹਦੇ ਹੀ ਕੋ ਬੰਦੇ ਬਾਹਰ ਜਾਣ ਤੋਂ ਬਾਅਦ 10 ਮਿੰਟ ਬਾਅਦ ਅੰਦਰ ਆਉਂਦੇ ਆ ਤੇ ਉਹਨਾਂ ਨੇ ਅੰਦਰ ਆ ਕੇ ਪੱਥਰ ਚਲਾਤੇ ਹੈਗੇ ਆ। ਬੰਦੇ ਆਪਣੇ ਬਚਾਅ ਵਾਸਤੇ ਕਾਊਂਟਰ ਦੇ ਨੀਚੇ ਬੈਠ ਗਏ ਆ। ਜਿਸ ਟਾਈਮ ਉਹੀ ਪੱਥਰ ਲੈ ਕੇ ਉਹ ਬਾਹਰ ਆਏ ਆ ਤੇ ਉਹ ਉਹਨਾਂ ਨੇ ਕੀ ਆ, ਉਹਨਾਂ ਦੇ ਕੋਲ ਰਫਲਾਂ ਸੀਗੀਆਂ, ਉਹਨਾਂ ਨੇ ਆਪਣੀਆਂ ਲੋਡ ਕਰ ਲਈਆਂ ਤੇ ਉਹਨਾਂ ਨੇ ਹਵਾਈ ਫਾਇਰ ਵੀ ਕੀਤੇ ਹੈਗੇ ਨੇ। ਕੌਣ ਸੀ ਉਹ ਜੀ? ਇਹਦੇ ਬਾਰੇ ਪਤਾ ਨਹੀਂ ਹੈਗਾ ਅਜੇ ਤੱਕ ਵੀ ਕੁਝ ਵੀ ਲੱਗਾ। ਕੌਣ ਸੀਗੇ, ਕਿੱਥੋਂ ਆਏ, ਕੁਝ ਨਹੀਂ ਪਤਾ ਜੀ ਅਜੇ ਤੱਕ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ ਜੀ, ਪੁਲਿਸ ਆ ਗਈ ਹੋਈ ਸੀ। FIR ਹੋਈ ਦੀ ਹੈ ਜੀ। ਉਹਨਾਂ ਦੀਆਂ ਫੁਟੇਜ ਵਗੈਰਾ ਕਲੀਅਰ ਆ ਚੁੱਕੀਆਂ ਨੇ ਤੇ ਪ੍ਰਸ਼ਾਸਨ ਤਸੱਲੀ ਦੇ ਰਿਹਾ ਵਾ ਕਿ ਜਲਦੀ ਪਤਾ ਲੱਗ ਜਾਊਗਾ। ਤੁਹਾਡੀ ਦੁਕਾਨ ਹੁਣ ਬੰਦ ਹੈ? ਨਹੀਂ ਜੀ, ਦੁਕਾਨ ਤਾਂ ਬੰਦ ਨਹੀਂ ਆ ਕਿਉਂਕਿ ਮੈਂ ਡਰੀ ਨਹੀਂ ਆ। ਮੈਂ ਦੁਕਾਨ ਨਹੀਂ ਬੰਦ ਕੀਤੀ।
ਦੁਕਾਨ ਖੁੱਲ ਰਹੀ ਆ, ਪਰ ਕੰਮ ਦੇ ਵਿੱਚ ਜਿਹੜੀ ਆ ਉਹ ਪ੍ਰੋਬਲਮ ਆ ਚੁੱਕੀ ਦੀ ਆ, ਕਿਉਂਕਿ ਕਾਰੀਗਰ ਮੇਰੇ ਕੋਲ ਇਸ ਟਾਈਮ ਮੁਸਲਿਮ ਕੰਮ ਕਰ ਰਹੇ ਆ ਔਰ ਉਹ ਡਰ ਰਿਹਾ, ਉਹ ਕੰਮ ਹੀ ਨਹੀਂ ਕਰ ਰਹੇ। ਮਤਲਬ ਕਿ ਅਗਰ ਜੇ ਕੰਮ ਕਰਦੇ ਆ ਤਾਂ ਅੰਦਰੋਂ ਦਰਵਾਜ਼ੇ ਲੌਕ ਕਰਕੇ ਕਰਦੇ ਆ। ਮਤਲਬ ਤੁਸੀਂ ਸ਼ਟਰ ਸੁੱਟ ਕੇ ਫੇਰ ਕੰਮ ਕਰਦੇ ਹੋ ਇਦਾਂ? ਨਹੀਂ ਸੁੱਟਦੇ, ਪਰ ਸ਼ੀਸ਼ੇ ਲੌਕ ਕਰਦੇ ਆ। ਹਾਂਜੀ, ਸ਼ੀਸ਼ੇ ਲੌਕ ਕਰਦੇ ਆ ਅੰਦਰੋਂ। ਅਗਰ ਕੋਈ ਬਾਹਰੋਂ ਆਉਂਦਾ ਵਾ ਤੇ ਪਹਿਲੇ ਦਰਵਾਜ਼ਾ ਖੜਕਾਉਂਦਾ ਵਾ ਤੇ ਉਹਨੂੰ ਅਸੀਂ ਅੰਦਰੋਂ ਦੇਖਦੇ ਆ ਤੇ ਫਿਰ ਦੁਕਾਨ ਖੁੱਲਦੀ ਪਈ ਆ। ਠੀਕ ਆ, ਹੋਰ ਵੀ ਵੀਰ ਹੈਗੇ ਨੇ ਦੁਕਾਨਦਾਰ। ਹਾਂਜੀ, ਤੁਹਾਡੀ ਵੀ ਦੁਕਾਨ ਆ ਜੀ? ਕਿੰਨੇ ਦਿਨਾਂ ਤੋਂ ਬੰਦ ਆ दुकान है जी? 12-13 दिन से बंद है। हाँ जी सर। ਕਿਉਂ ਬੰਦ ਹੈ ਜੀ? बस इतना ही करके जी सर, ये तो मतलब जब हमें भी नहीं पता बंद क्यों करा रहे। एक बंदे की गलती थी ਕੌਣ ਬੰਦ ਕਰਵਾ ਰਿਹਾ? सर, यहीं के ही है कुछ, तो इतना तो हम जानते नहीं, यहीं के ही बंदे हैं कुछ, वो बंद करा रहे हैं। मालिक की भी मर्जी नहीं है बंद करने की, बस प्रेशर बनाया जा रहा है, बस यही है सर। ਅੱਛਾ, ਨਹੀਂ ਕਿਉਂ? ਕੁਛ ਤੇ ਤੁਹਾਨੂੰ ਪਤਾ ਹੀ ਹੋਊਗਾ, ਜਿਹੜੇ ਬੰਦੇ ਆਏ ਆ ਤੁਹਾਡੇ ਕੋਲ ਦੁਕਾਨ ਬੰਦ ਕਰਵਾਉਣ ਵਾਸਤੇ ਆਏ ਆ ਤੁਹਾਡੇ ਕੋਲ, ਤੁਸੀਂ ਸ਼ਕਲਾਂ ਤੇ ਪਹਿਚਾਣਦੇ ਹੋਵੋਗੇ ਉਹਨਾਂ ਦੀਆਂ? सर शक्लें तो पहचानते हैं, लेकिन ये नहीं पता मतलब जो हमारे पास नहीं है, हमारे मालिकों के पास प्रेशर बनाया है। अच्छा जी सर, हमारे से मतलब ये नहीं बोला कि तुम दुकानें बंद करो, हमारे मालिकों को प्रेशर बनाया कि इनसे दुकानें बंद कराओ, ये यहाँ पे गंद पा रहे हैं, ये है वो है। तो हमारा तो यही कहना है सर कि जिस बंदे ने गलती की है उसकी सज़ा उसको मिलनी चाहिए, इसमें हमारा क्या कसूर है। ਕੀ ਗਲਤੀ ਕੀਤੀ ਹੈ? ਕੀ ਗੱਲ ਹੋਈ ਸੀਗੀ? सर इतना तो पता नहीं, कोई ये था कि कोई कस्टमर होगी उनकी, कोई लड़की कस्टमर होगी 3-4 साल की, उसके साथ कोई रिलेशनशिप बना के उसको लव जिहाद का मुद्दा दिया है सर। जी। ਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਵੀ ਸਾਡੀਆਂ ਦੁਕਾਨਾਂ ਬੰਦ ਕਰਵਾ ਰਹੇ ਆ? धमकी आ रही है सर, तो थोड़ा दहशत का माहौल है। ਧਮਕੀਆਂ ਫੋਨ ਤੇ ਦਿੰਦਾ ਕੋਈ? ਕਿੱਦਾਂ ਧਮਕੀਆਂ ਆ ਰਹੀਆਂ? एक बार बुला के दुकान पे ही, यहीं एक साहब की दुकान है, उन्होंने बुला के कहा कि जो तुम्हारे दिमाग में गलत फहमी है उसको निकाल दो। हमने कहा सर हमारे दिमाग में तो कोई गलत फहमी है नहीं, हमारे दिमाग में क्या गलत फहमी होगी। ਕੌਣ ਸੀ ਉਹ? ਕਿਹਨੇ ਤੁਹਾਨੂੰ ਕਿਹਾ ਇਦਾਂ? सर दुकान ही है, बंटी सैनी है सर, प्रधान है मार्केट के वो। ਮਾਰਕੀਟ ਦਾ ਪ੍ਰਧਾਨ ਆ ਬੰਟੀ ਸੈਣੀ। जी हाँ जी सर, उन्होंने ही कहा। ਉਹਨੇ ਤੁਹਾਨੂੰ ਧਮਕੀ ਦਿੱਤੀ ਹੈ? हाँ जी सर। ਤੇ ਤੁਹਾਡੀ ਦੁਕਾਨ ਦੀ ਚਾਬੀ ਕਿਹਦੇ ਕੋਲ ਆ ਹੁਣ? सर दुकान की चाबी तो फ़िलहाल अब हमारे ही पास है, लेकिन हमारे दुकान मालिकों का ये कहना है कि जब सबकी खुलेगी तब दुकान खोलना। ਤੁਹਾਡੇ ਮਾਲਕ ਚਾਹੁੰਦੇ ਆ, ਦੁਕਾਨਾਂ ਦੇ ਮਾਲਕ ਚਾਹੁੰਦੇ ਆ ਕਿ ਦੁਕਾਨ ਤੁਹਾਡੇ ਕੋਲ ਖਾਲੀ ਤਾਂ नहीं करानी चाहते हो दुकान? नहीं सर, उनसे तो फैमिली जैसे रिलेशन बन गए, प्यार है, मोहब्बत है, भाईचारा, मतलब जो ख़राब कर रहे हैं वो दूसरे थर्ड पार्टी है। हमारा जो मालिक के साथ रिलेशन है ना, बहुत अच्छा रिलेशन है, जैसे एक फैमिली मेम्बर का होता है साथ में। उनको हमारे से कोई प्रॉब्लम नहीं है, वो तो अंदर खाने दुखी है। ਅੱਛਾ, ਜਿਹਨੇ ਤੁਹਾਨੂੰ ਧਮਕੀ ਦਿੱਤੀ ਆ ਬੁਲਾ ਕੇ, ਤੁਸੀਂ ਉਹਦੇ ਖਿਲਾਫ ਥਾਣੇ ਦਰਖਾਸਤ ਦਿੱਤੀ? सर अभी तो दी नहीं, अभी देखते हैं हमारे बड़े क्या करते हैं। हाँ जी सर। ਡਰ ਦਾ ਮਾਹੌਲ ਆ? ਡਰ बहुत ज़्यादा दहशत का माहौल है सर, ताई करके दुकानें नहीं खोली है, बहुत बुरी हालत है जी अंदर खाने, बहुत ज़्यादा, बहुत परेशान है जी। ਤੁਸੀਂ ਦੇਖਿਆ ਜੀ ਡਰ ਦਾ ਮਾਹੌਲ। ਹੋਰ ਵੀਰ ਜਿਨ੍ਹਾਂ ਦੀ ਦੁਕਾਨ ਹੋਵੇ? ਹੋਰ ਕਿਹਦੀ ਦੁਕਾਨ ਆ ਜੀ ਉੱਥੇ? ਇੱਕ ਆ ਹੋਰ ਨੌਜਵਾਨ ਵੀਰ ਹੈਗਾ, ਤੁਹਾਡੀ ਦੁਕਾਨ ਆ ਜੀ ਉੱਥੇ? ਕਾਹਦੀ ਦੁਕਾਨ ਆ ਜੀ ਤੁਹਾਡੀ? मेरी फैब्रिक की दुकान है जी। हाँ, तो मैंने अभी 4-5 दिन पहले शॉप खोलने की कोशिश करी थी, तो बंटी सैनी, रोहित जैन, इस तरह के और 4-5 थे, उन्होंने आके शॉप बंद करा दी। मैंने इस चीज़ को बोला भी, मगर नॉन मुस्लिम जो है यहाँ पे, वे भी किराएदार है, हमारे गांव के हैं, उनके भी खाली कराओ, तो उसके धमकी दी कि चुप करो, जितना कहा इतना करो, शॉप बंद करो। और अंदर से एक चीज़ ये हो रही है कि हमें बोलते हैं कि आपकी शॉप खुलवा देनी, फिर हमारे जो शॉप मालिक है उनको बोलते हैं कि मुस्लिम को शॉप नहीं देनी, नॉन मुस्लिम को हम आपकी रेंट पे चढ़वाएंगे, जो रेंट आप देते हो उसी रेंट पे और किसी को देनी, मुस्लिम को नहीं देनी। ये चीज़ देखो माहौल ख़राब कर रहे हैं सारा। नहीं तो हम सभी प्यार से रहते हैं, भाईचारे से, किसी से कोई प्रॉब्लम भी नहीं है, अच्छे से रहते हैं, कोई कंप्लेन नहीं है। मैं भी 3 साल हो गए मुझे यहाँ पे, किसी से मेरी कोई वो नहीं है, पर ये माहौल बिगाड़ रही है। देखो ਤੁਸੀਂ ਥਾਣੇ ਕੰਪਲੇਂਟ ਕੀਤੀ ਜਿਨ੍ਹਾਂ ਨੇ ਤੁਹਾਨੂੰ ਧਮਕੀ ਦਿੱਤੀ ਹੈ? जी, कंप्लेन अभी नहीं करी, सभी ये था कि सभी इकट्ठे हो गए कि प्यार से हो जाए काम। 1 दिन 2 दिन ऐसे जो प्रधान जी हमारे बंटी से नहीं, वे यही बोल रहे थे कि 2 दिन बाद खुला देनी, 1 दिन बाद खुला देनी, पर जाते हैं सुबह बुलाते हैं तो शाम को बोल देते हैं, शाम को जाते हैं तो सुबह बोल देते हैं। ये चीज़ ਤੁਸੀਂ ਜਾਂਦੇ ਹੋ ਉਹਨਾਂ ਦੇ ਕੋਲ ਆਪ ਚੱਲ ਕੇ? जाते हैं, ਕੀ ਕਹਿੰਦੇ ਹੋ? वो बोलते अच्छे से बात नहीं करते, बात नहीं करते, वो यही बोलते हैं कि शाम को आना, मैंने तो सुबह बुलाया था, आप अब आ गया, ये चीज़ बोलते हैं। कुल मिला के फिर यही बोलते हैं कि शॉप नहीं खुलनी, पहले लारे देते हैं, फिर अंदर से जो हमारा शॉप मालिक है उसको बोलते हैं कि मैं तेरी शॉप इससे खाली करा मुस्लिम से, मैं नॉन मुस्लिम को चढ़ाऊँगा, मेरी बात भी होगी, जो रेट वो देते हैं मुस्लिम वो नॉन मुस्लिम को दो। तो ये देखो सर क्या हो रहा है हमारे साथ जी। इनके मालिक का ये कहना है कि हम क्यों खाली कराएं, जब हमारा मतलब किराया टाइम से आ रहा है तो हमें ज़रूरत क्या है।
हम किसी और को दुकान नहीं देंगे। लेकिन फिर भी उसके बावजूद भी प्रेशर बनाया जा रहा है कि नहीं नहीं ये मुस्लिम है, इनसे खाली कराओ, ये है वो है, 100 बातें बना रहे हैं, भाईचारे को ख़राब करने की बहुत ज़्यादा कोशिश की जा रही है। और जो इनके दुकान मालिक है उनका ये कहना है कि आज तक इन्होंने हमें कोई दिक्कत नहीं दी तो हम इनसे खाली क्यों कराए। जब ये बंदा गलत होगा तो हाथ पकड़ के मैं खुद बाहर कर दूंगा, जब ये गलत नहीं है, इसकी कोई गलती नहीं है, तो मैं इसको बाहर क्यों निकालूं। तो बस यही है सर, ये है कि हमारे साथ इंसाफ हो जाए। हमें बिल्कुल बेखता, कोई हमारी गलती नहीं है, उसके बावजूद भी हमें इतना सताया जा रहा है। और अगर हम उनसे बात भी करते हैं तो हमारे से जानवर जैसा सलूक होते हैं, इतनी रूडली बात करते हैं कि बस पूछो ना सर, बहुत ही ज़्यादा रूडली बात करते हैं। और जिसमें हमारी कोई गलती है ही नहीं सर, हमारी इतनी सी भी गलती नहीं। हम ये है अगर हमारी गलती है तो आप हमें सज़ा दो, हमारे खिलाफ कार्रवाई करो, नो प्रॉब्लम। लेकिन जब सर हमारी कोई गलती ही नहीं है, जिस बंदे ने किया उससे हमारा कोई रिलेशन तक भी नहीं है सर, सिर्फ एक भाईचारे वाली बात है। जब कोई मार्केट में होता है सर, उससे हमारी जो है दुआ सलाम हो ही जाती है, बस इतना ही था। उससे ना हमारा कोई रिलेशन है, ना वो हमारे गांव का है। तो ये थोड़ा ये सर वो मुसलमान है तो हमें भी परेशान किया जाए, ये तो गलत है ना सर। ਅੱਛਾ ਟੋਟਲ ਕਿੰਨੀਆਂ ਦੁਕਾਨਾਂ ਹੈ ਜਿਹੜੀਆਂ ਬੰਦ ਹੋ ਇਸ ਵੇਲੇ? जितनी टोटल बंद दुकानें हैं 12-13 दुकानें बंद है सर, जो ये सारी टोटल बंद है, एक भी नहीं खुली है सर। ਸਾਰੀਆਂ ਦੁਕਾਨਾਂ ਮੁਸਲਮਾਨਾਂ ਦੀਆਂ ਹੀ ਨੇ? सारी मुसलमानों की दुकानें बंद है। हमारे यहाँ के जो मतलब जो हिंदू हैं, हमारे फ्रेंड है हमारे गांव के, उनकी खुली है। हमने बोला कि अगर आपने हमारी बंद की है तो इनकी भी बंद कराओ, ये भी तो बाहर के बंदे हैं। कहने खामोश, ज़्यादा नहीं बोलना, इस तरीके से हमारे साथ मतलब जो ਕੌਣ ਬੋਲਦਾ ਹੈ ऐसे? सर यही जो प्रधान है बंटी सैनी, जो है बंटी सैनी साहब जो मार्केट के प्रधान है, वही सर। ਜ਼ਰੂਰ। ਇੱਕ ਹੋਰ ਹੈਗੇ ਨੇ ਅੰਸਾਰੀ ਜੀ ਹੈਗੇ ਨੇ, ਮੇਰਾ ਖਿਆਲ ਦੱਸਦੇ ਸੀਗੇ ਕਿ 28 ਸਾਲ, ਤੁਹਾਨੂੰ 28 ਸਾਲ ਹੋ ਗਏ ਇੱਥੇ ਦੁਕਾਨ ਕਰਦਿਆਂ ਨੂੰ? साल हो गए, 28 साल हो गया मुझे यहाँ पे। मेरा अपना मकान है यहाँ पे, आधार कार्ड, राशन कार्ड सब कुछ मेरा यहाँ पे है। मुझे भी आगे दुकान पर धमकी दी गई है, दुकान खाली करो और यहाँ से जाओ। जी ਤੁਹਾਡੀ ਦੁਕਾਨ ਕਿਰਾਏ ਤੇ ਹੈ? हाँ जी, किराए रहेगी। ਜਿਹੜੇ ਤੁਹਾਡੇ ਦੁਕਾਨ ਦੇ ਮਾਲਕ ਹੈਗੇ ਆ ਉਹ ਤਾਂ ਨਹੀਂ ਤੁਹਾਡੇ ਕੋਲੋਂ ਖਾਲੀ ਕਰਵਾ ਰਹੇ? वो नहीं खाली करा रहे हैं, वो नहीं खाली करा रहे हैं। जो ये एक प्रदीप पला आया सी मेरे को, एक क्या नाम जो है, क्या नाम है उसका, रोहित जैन। रोहित जैन आया सी, एक ने बंटी सैनी नहीं आया सी, तो एक आया सी क्या नाम जो है बब्बू MC। वो और 2-3 बंदे और आए थे, उनके नाम नहीं मुझे पता। तो वो 6-7 बंदे आए थे, वो कह रहे थे कि दुकान खाली करो तो जाओ यहाँ से। ਤੁਸੀਂ ਪੁਲਿਸ ਨੂੰ ਦੱਸੀ ਗੱਲ ਇਹ? हाँ जी, मैं SSP साहब को फ़ोन किया थी, उन्होंने मेरा मसला थोड़ा सॉल्व किया है, लेकिन डर बहुत ज़्यादा है, डर का माहौल है। ਪੁਲਿਸ ਦੇ ਕੋਲ ਜਾ ਕੇ ਵੀ ਤੁਹਾਨੂੰ ਡਰ ਲੱਗ ਰਿਹਾ ਹੈਗਾ? ਪੁਲਿਸ ਦੇ ਕੋਲ ਜਾਣ ਦੇ ਬਾਵਜੂਦ ਵੀ ਤੁਹਾਨੂੰ ਡਰ ਲੱਗ ਰਿਹਾ? गल ये है कि लोकल बंदे आएंगे वो, अब पुलिस हर टाइम तो मेरे पास नहीं रहेगी, पता नहीं किस टाइम क्या कर जाए। बाद में पुलिस आती रहे, क्या हो क्या नहीं हो, वो तो बाद की बात है ना। मुझे मार के चले जाए, पुलिस बाद में आए पंचनामा करेगी और क्या हो जाएगा, डर का माहौल है। ਕਿੰਨੇ ਦਿਨ ਤੋਂ ਤੁਹਾਡੀਆਂ ਦੁਕਾਨਾਂ ਬੰਦ ਨੇ? नहीं, मेरी दुकान तो खुल रही है, अंसारी टेलर की दुकान खुल रही है, लेकिन वो धमकी दे रहे हैं कि दुकान बंद कर दो। जी, ਹੁਣ ਕੰਮ ਚੱਲਦਾ ਪਿਆ? ਦੁਕਾਨ ਹੁਣ ਖੁੱਲੀ ਹੋਈ ਹੈ? मेरी दुकान खुल रही है, मैंने अंसारी टेलर की दुकान है कि दुकान खोल रखी है, लेकिन वो धमकी दे के गए हैं। आज का उनका टाइम था कि सोमवार को हम आएंगे, दुकान बंद कराएंगे तुम्हारी। ਪਰ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਕਿ ਡਰ ਦਾ ਮਾਹੌਲ ਆ, ਪਰ ਇੰਨੇ ਡਰਪੋਕ ਨਹੀਂ ਹੈਗੇ, ਤੁਸੀਂ ਧਮਕੀ ਦੇ ਗਏ ਆ, ਦੁਕਾਨ ਤੁਹਾਡੀ ਖੁੱਲੀ ਆ? खुली है दुकान, खुली हैगी दुकान पे, सब कुछ काम चलता गया है, सब कुछ हैगा, लेकिन डर का माहौल हैगा। ਕੀ ਕਹਿਣਾ ਚਾਹੁੰਦੇ ਹੋ? ਜ਼ਿਲ੍ਹੇ ਦੇ SSP DSP ਸਾਹਿਬ ਹੁਣੇ ਆਏ ਸੀਗੇ ਇੱਥੇ, जी ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? नहीं, उन्हें कहना चाहते हैं कि हमारा मसला हल करे, ये प्यार मोहब्बत से मसला हल हो जाए तो अच्छी बात है, वरना क्या नाम जो है डर के माहौल में रहना जो है वो अच्छी बात नहीं है। कि जो प्यार मोहब्बत हैगा वो बना रहे। ਮੈਨੂੰ ਲੱਗਦਾ ਕਿ ਆਪਾਂ ਜਿਹੜੇ DSP ਸਾਹਿਬ ਹੈਗੇ ਨੇ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ ਕਿ ਆਖਰ ਉਹ ਇੰਨੇ ਦਿਨ ਹੋ ਚੁੱਕੇ ਨੇ, 15 ਕੁ ਦਿਨ ਹੋ ਚੁੱਕੇ ਆ ਦੁਕਾਨਾਂ ਬੰਦ ਨੂੰ, ਤੇ ਉਹ ਦੁਕਾਨਾਂ ਕਿਉਂ ਨਹੀਂ ਖੁਲਵਾ ਪਾ ਰਹੇ ਹੈਗੇ। ਆਪਾਂ ਉਹਨਾਂ ਦੀ ਕੀ ਮਜਬੂਰੀ ਹੈਗੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਕੀ ਮਸਲਾ ਜੀ? ਅੱਜ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਹੈਗਾ, ਕੀ ਕਹਿਣਾ ਚਾਹੁੰਦੇ ਹੋ? 15-16 ਦਿਨ ਹੋ ਗਏ ਜੀ ਦੁਕਾਨਾਂ ਬੰਦ ਨੂੰ। ਇਹਦੇ ਵਿੱਚ ਕੋਈ ਦੁਕਾਨਾਂ ਦਾ ਮਸਲਾ ਸਾਡੇ ਸਾਹਮਣੇ ਆਇਆ ਵੀ ਕੋਈ ਬੰਦੇ ਜਿਹੜੇ ਹੈਗੇ ਦੁਕਾਨਾਂ
ਬੰਦ ਕਰਵਾਉਣ ਨੂੰ ਫਿਰਦੇ ਆ ਵੀ ਜਾਂ ਖਾਲੀ ਕਰਵਾਉਣ ਨੂੰ ਫਿਰਦੇ ਵੀ ਜਿਹੜੇ ਕੋਈ ਵੀ ਉਹ ਸਾਡੇ ਨੋਟਿਸ ਵਿੱਚ ਆ ਗਈ ਗੱਲ। ਇਹ ਬਿਲਕੁਲ ਇਹੋ ਜਿਹਾ ਕੰਮ ਨਹੀਂ ਹੋਊਗਾ। ਦੁਕਾਨਾਂ ਖੁੱਲਣਗੀਆਂ ਬਿਲਕੁਲ ਜਿੱਦਾਂ ਨਾਰਮਲ ਪਹਿਲਾਂ ਚੱਲਦਾ ਉਸੇ ਤਰ੍ਹਾਂ ਹੋਊਗਾ। ਪਰ ਦੁਕਾਨਾਂ ਤੇ ਬੰਦ ਹੋਆ ਜੀ 15-16 ਦਿਨ ਹੋ ਚੁੱਕੇ ਆ। ਠੀਕ ਆ, ਉਹ ਵੈਰੀਫਾਈ ਕਰਵਾਂਗੇ। ਜੇ ਕਿਸੇ ਨੇ ਕੀਤੀ ਉਹ ਆਪਣੇ ਲੈਵਲ ਤੇ ਬੰਦ ਕੀਤੀ, ਨਾ ਪੁਲਿਸ ਵੱਲੋਂ ਬੰਦ ਨਹੀਂ ਕਰਵਾਈ ਗਈ, ਨਾ ਹੀ ਕਿਸੇ ਲੋਕਲ ਕੋਈ ਥ੍ਰੈਟ ਕਰਨਾ। ਉਹ ਵੈਰੀਫਾਈ ਕਰਾਂਗੇ ਜੇ ਕਿਸੇ ਨੇ ਕਰਾਈ ਹੋਈ ਤਾਂ। ਪਰ ਉਹ ਲੋਕ ਦੱਸਦੇ ਆ, ਦੁਕਾਨਾਂ ਵਾਲੇ ਕਹਿੰਦੇ ਸਾਨੂੰ ਧਮਕੀਆਂ ਦਿੱਤੀਆਂ, ਸਾਡੇ ਗੋਲੀ ਵੀ ਚੱਲੀ ਦੁਕਾਨ ਦੇ ਉੱਤੇ। ਗੋਲੀ ਦੇ ਸੰਬੰਧ 'ਚ ਕੇਸ ਰਜਿਸਟਰ ਹੋਇਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਠੀਕ ਹੈ, ਦੁਕਾਨਾਂ ਹੁਣ ਕਦੋਂ ਖੁੱਲਣਗੀਆਂ? ਹੁਣ ਖੁਲਵਾਓਗੇ ਤੁਸੀਂ? ਸਾਰਾ ਕੁਝ ਠੀਕ ਹੋ ਜਾਂਦਾ, ਨਾਰਮਲ ਹੋ ਜਾਂਦਾ। ਕਦੋਂ ਨੂੰ ਖੁੱਲਣਗੀਆਂ ਦੁਕਾਨਾਂ ਸਰ? ਵੇਟ ਕਰੋ, ਬਸ ਹੋ ਜਾਂਦਾ ਸਾਰਾ ਕੁਝ। ਚਲੋ ਠੀਕ ਹੈ ਜੀ, ਉਹਨਾਂ ਦਾ ਕਹਿਣਾ ਹੈਗਾ ਕਿ ਦੁਕਾਨਾਂ ਛੇਤੀ ਹੀ ਖੁੱਲ ਜਾਣਗੀਆਂ। ਸੋ ਦੇਖਦੇ ਹਾਂ ਜੀ ਦੁਕਾਨਾਂ ਕਦੋਂ ਨੂੰ ਖੁੱਲਦੀਆਂ ਨੇ। ਹੁਸ਼ਿਆਰਪੁਰ ਸ਼ਹਿਰ ਤੋਂ ਤੇ ਆਸੇ-ਪਾਸੇ ਮੁਕੇਰੀਆਂ ਦੇ ਹੋਰ ਸੱਜਣ ਇੱਥੇ ਵੀਰ ਹੈਗੇ ਨੇ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਆਏ ਹੋਏ ਆ। ਇਹ ਜਿਹੜੇ ਸਾਰੇ ਸੱਜਣ ਹੈਗੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹੈਗੀਆਂ, ਜਿਨ੍ਹਾਂ ਦੀਆਂ ਦੁਕਾਨਾਂ ਬੰਦ ਨੇ, ਇਹ ਸਾਰੇ ਜਣੇ ਇਕੱਠੇ ਹੋ ਕੇ ਹੁਸ਼ਿਆਰਪੁਰ ਗਏ ਸੀਗੇ ਤੇ ਹੁਸ਼ਿਆਰਪੁਰ ਦੇ ਆਗੂਆਂ ਨੂੰ ਮਿਲੇ ਸੀਗੇ ਜਾ ਕੇ, ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਚੌਧਰੀ ਜੀ, ਕੀ ਕਹਿਣਾ ਚਾਹੁੰਦੇ ਹੋ? ਮਸਲਾ ਤਕਰੀਬਨ ਸਾਡੇ ਦਰਸ਼ਕਾਂ ਨੇ ਸਮਝ ਲਿਆ ਹੈਗਾ, ਤੇ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਇੱਕ ਤੇ ਮਸਲਾ ਸਮਝਾ ਦਿਓ ਸਾਰਾ ਜਿਹਾ। ਤੇ ਅੱਜ ਤੁਸੀਂ ਡੀਐਸਪੀ ਸਾਹਿਬ ਨੂੰ ਮਿਲੇ ਹੋ, ਕੀ ਕਹਿਣਾ ਚਾਹੁੰਦੇ ਹੋ ਸਾਰੇ ਮਸਲੇ 'ਤੇ? ਦੇਖੋ, ਬੜੀ ਬਦਕਿਸਮਤੀ ਆ ਭਾਰਤ ਦੀ ਕਿ ਜਿਹੜਾ ਦੇਸ਼ ਇੱਕ ਸੈਕੂਲਰ ਵਿਚਾਰਧਾਰਾ ਦੇ ਉੱਪਰ ਆਜ਼ਾਦ ਹੋਇਆ ਹੋਵੇ, ਉਹਨੂੰ ਮੁੜ ਕੇ ਜਿਹੜਾ ਫਿਰਕਾ ਪ੍ਰਸਤੀ ਤੇ ਲਿਆਉਣਾ ਔਰ ਫਿਰ ਖਾਸ ਕਮਿਊਨਿਟੀਆਂ ਨੂੰ ਟਾਰਗੇਟ ਕਰਨਾ, ਸਪੈਸ਼ਲੀ ਘੱਟ ਗਿਣਤੀਆਂ ਨੂੰ, SC ST ਨੂੰ ਜਿਹੜਾ ਟਾਰਗੇਟ ਕਰਕੇ ਤੇ ਉਹਨਾਂ ਦੇ ਅੰਦਰ ਡਰ ਪੈਦਾ ਕਰਨਾ, ਇਹ ਬਹੁਤ ਹੀ ਮੰਦਭਾਗੀ ਗੱਲ ਆ। ਔਰ ਇਹ ਮੁਕੇਰੀਆਂ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ, ਇਹ ਬਹੁਤ ਹੀ, ਮੈਂ ਕਹਿੰਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਖਾਸ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕਰਕੇ ਤੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਾ ਦਿਓ। ਇਹ ਗੁੰਡਾਗਰਦੀ ਜਿਹੜੀ ਆ, ਭਾਰਤ ਦੇ ਅਮਨ ਪਸੰਦ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ, ਖਾਸ ਕਰਕੇ ਪੰਜਾਬੀ। ਸੋ ਅੱਜ ਇੱਥੇ ਜਿਹੜੀਆਂ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ ਨੂੰ ਬੰਦ ਕਰਾਇਆ ਗਿਆ, ਉਹਨਾਂ ਦੇ ਅੰਦਰ ਇੱਕ ਡਰ ਪੈਦਾ ਕੀਤਾ ਗਿਆ। ਉਹਨਾਂ ਨੇ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਦੇ ਕੋਲ ਅਪਰੋਚ ਕੀਤੀ ਸੀ ਔਰ ਅਸੀਂ ਉਹਨਾਂ ਦੇ ਉਸ ਦੁੱਖ ਨੂੰ ਸਮਝਿਆ, ਸੁਣਿਆ, ਤੇ ਅੱਜ ਅਸੀਂ ਇੱਥੇ ਮੀਟਿੰਗ ਜਿਹੜੀ ਹੈ DSP ਸਾਹਿਬ ਨੂੰ ਮਿਲਣ ਦੇ ਲਈ ਬੁਲਾਈ ਸੀ। ਉਹਦੇ ਵਿੱਚ ਬਾਕੀ ਜਥੇਬੰਦੀਆਂ ਦੇ ਵੀ ਸਾਡੇ ਵਿੱਚ ਲੀਡਰ ਪਹੁੰਚੇ ਆ। ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਕੇਰੀਆਂ ਤੋਂ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ, ਔਰ ਉਸ ਤੋਂ ਇਲਾਵਾ ਸ਼੍ਰੋਮਣੀ ਤਰਨਾ ਦਲ, ਭਗਤ ਤਰਨਾ ਦਲ ਤੋਂ ਸਾਡੇ ਬਾਬਾ ਜੀ ਆਏ ਨੇ, ਔਰ ਸਾਡੇ ਵਿੱਚ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਜੀ, ਗੁਰਨਾਮ ਸਿੰਘ ਜੀ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਮੁਕੇਰੀਆਂ ਤੋਂ, ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਨਾਲ ਸੰਬੰਧਿਤ ਸਾਰੇ ਪਹੁੰਚੇ ਤੇ ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ। ਔਰ DSP ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਆ, ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ, ਜਿਹਦੇ ਵਿੱਚ ਸਾਡੀਆਂ ਦੋ ਹੀ ਮੁੱਖ ਮੰਗਾਂ ਨੇ। ਇੱਕ ਤਾਂ ਹੈ ਕਿ ਬਿਲਕੁਲ ਜਿਹੜਾ ਤੁਰੰਤ ਜਿਹੜੀਆਂ ਦੁਕਾਨਾਂ ਉਹਨਾਂ ਨੂੰ ਖੁਲਾਇਆ ਜਾਵੇ ਔਰ ਸੁਰੱਖਿਆ ਦਿੱਤੀ ਜਾਵੇ। ਦੂਸਰਾ ਇਹ ਆ ਕਿ ਜਿਹੜੀ ਇੱਕ ਟਾਰਗੇਟਿੰਗ, ਜਿਹੜੀਆਂ ਸਪੈਸੀਫਿਕ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਦੁਕਾਨ ਦੇ ਮੂਹਰੇ, ਮੁਸਲਿਮ ਦੁਕਾਨ ਦੇ ਅੱਗੇ ਜਿਹੜੀਆਂ ਗੋਲੀਆਂ ਚਲਾਈਆਂ ਔਰ CCTV ਫੁਟੇਜ ਆ ਗਈ ਆ, ਅਸੀਂ ਇੱਕ ਰੋਸ ਵੀ ਪ੍ਰਗਟ ਕੀਤਾ ਆ ਪੁਲਿਸ ਦੇ ਕੋਲ, DSP ਸਾਹਿਬ ਕੋ, SHO ਕੋ। ਇੰਨੇ ਦਿਨ ਹੋ ਗਏ, ਤੁਸੀਂ ਮਤਲਬ ਕਿਉਂ ਨਹੀਂ ਟਰੇਸ ਕੀਤੇ ਬੰਦੇ? ਉਹ ਬੰਦੇ ਟਰੇਸ ਹੋਣੇ ਚਾਹੀਦੇ ਜਿਨ੍ਹਾਂ ਨੇ ਇਹ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਪਿੱਛੇ ਕਾਰਨ ਸਿੱਧਾ ਹੀ ਆ। ਕਾਰਨ ਇਹ ਹੈਗਾ ਕਿ ਉਹਨਾਂ ਦੀ ਕੋਸ਼ਿਸ਼ ਆ ਕਿ ਅਸੀਂ ਇਹਨਾਂ ਦੇ ਅੰਦਰ ਦਹਿਸ਼ਤ ਪੈਦਾ ਕਰ ਦਈਏ ਤਾਂ ਕਿ ਕਾਰੋਬਾਰ ਛੱਡ ਕੇ, ਸਮਾਨ ਛੱਡ ਕੇ ਭੱਜ ਜਾਣ। ਪਰ ਸਾਂਝਾ ਫਰੰਟ ਇਸ ਤਰ੍ਹਾਂ ਕਦੀ ਨਹੀਂ ਹੋਣ ਦੇਗਾ। ਅਸੀਂ ਪਹਿਲੋਂ ਵੀ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਲੜਦੇ ਰਹੇ ਹਾਂ। ਉਹਦੇ ਵਿੱਚ ਅਸੀਂ ਅਮਾਨ ਪਸੰਦ ਲੋਕਾਂ ਨਾਲ ਲੈ ਕੇ ਚੱਲੇ ਹਾਂ। ਅੱਜ ਵੀ ਇੱਥੇ ਬਹੁਤ ਵੱਡਾ ਇਕੱਠ ਹੋਇਆ, ਪਰ ਸਾਡਾ ਯਕੀਨ ਆ ਪ੍ਰਸ਼ਾਸਨ ਨਾਲ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਇਹਨੂੰ ਨਾਰਮਲ ਕਰ ਦਾਂਗੇ 24 ਘੰਟਿਆਂ 'ਚ, ਤੇ ਜਿਹੜੇ ਦੋਸ਼ੀ ਆ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਵੀ ਫੜ ਲਵਾਂਗੇ। ਅਗਰ ਨਹੀਂ ਤੇ ਫਿਰ ਚੌਧਰੀ ਸਾਹਿਬ ਜੀ, ਚੌਧਰੀ ਸਾਹਿਬ ਸਖਤ ਐਕਸ਼ਨ ਤੁਸੀਂ ਲਓਗੇ, ਪਰ ਗੱਲ ਇਹ ਆ ਵੀ ਤੁਸੀਂ ਤੇ ਅੱਜ ਆਏ ਹੋ, ਤੁਹਾਡੀ ਕੱਲ੍ਹ ਜਾਣਕਾਰੀ 'ਚ ਚਲੋ ਮਸਲਾ ਆਇਆ, ਤੁਸੀਂ ਅੱਜ ਇੱਥੇ ਆ ਗਏ। ਹੁਣ ਪ੍ਰਸ਼ਾਸਨ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਵੀਰਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਨੇ, ਉਹਨਾਂ ਦੇ ਅੰਦਰ ਡਰ ਦਾ ਮਾਹੌਲ ਆ। ਉਹ ਖੁਦ ਤੁਸੀਂ ਸੁਣਿਆ ਬੋਲ ਰਿਹਾ, ਕਹਿੰਦੇ ਅਸੀਂ ਡਰ ਦੇ ਮਾਰੇ ਦੁਕਾਨਾਂ ਨਹੀਂ ਕਹਿੰਦੇ ਖੋਲ੍ਹ ਰਹੇ। ਕਿਸੇ ਨੇ ਦੁਕਾਨ ਖੋਲ੍ਹੀ ਹੋਈ ਆ, ਉਹ ਕਹਿੰਦਾ ਦੁਕਾਨ ਖੋਲ੍ਹੀ ਹੋਈ ਜ਼ਰੂਰ ਹੈਗੀ ਆ, ਪਰ ਅਸੀਂ ਡਰਦੇ ਬਹੁਤ ਜ਼ਿਆਦਾ ਆ। ਕਈ ਬੰਦੇ ਝੱਕਦੇ ਨਾਂ ਲੈ ਰਹੇ ਸੀਗੇ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਨੇ। ਸੋ ਇੰਨਾ ਜ਼ਿਆਦਾ ਡਰ ਦਾ ਮਾਹੌਲ ਆ। ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੁੰਦੇ ਹੋ? ਛੋਟਾ ਜਿਹਾ ਸ਼ਹਿਰ ਆ ਮੁਕੇਰੀਆਂ, ਮਤਲਬ ਪ੍ਰਸ਼ਾਸਨ ਦੀ ਸਥਿਤੀ ਕੀ ਆ? ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਤੁਹਾਡਾ ਜਵਾਬ ਦਊਂਗਾ। ਡਰ ਦਾ ਤਾਂ ਮਾਹੌਲ
ਤੁਹਾਡੇ ਸਾਹਮਣੇ ਹੀ ਆ ਕਿ ਬੀਜੇਪੀ ਕੀ ਕਰ ਰਹੀ ਆ। ਕਦੀ ਮਸਜਿਦਾਂ ਦੇ ਵਿੱਚੋਂ ਜਿਹੜਾ ਉਹ ਕਹਿ ਦਿੰਦੇ ਕਿ ਜੀ ਇੱਥੋਂ ਸ਼ਿਵਲਿੰਗ ਦੇ ਜਿਹੜੇ ਆ ਉਹ ਨਿਕਲੇ ਹੈਗੇ ਆ, ਮਤਲਬ ਚਿੰਨ੍ਹ ਨਿਕਲ ਰਹੇ ਨੇ। ਦੂਸਰਾ ਇਹ ਆ ਕਿ ਰਾਮਨੌਮੀ ਦੇ ਮੌਕੇ ਤੇ ਜਿਹੜਾ ਆ ਜਾਣ ਬੁੱਝ ਕੇ ਇੱਕ ਮੁਸਲਿਮ ਜਿਹੜੇ ਘਰਾਂ ਨੂੰ ਟਾਰਗੇਟ ਕਰਕੇ ਉੱਥੋਂ ਦੀ ਯਾਤਰਾ ਕੱਢ ਕੇ ਉਹਨਾਂ ਨੂੰ ਮਸਜਿਦਾਂ ਦੇ ਮੂਹਰੇ ਜਿਹੜਾ ਉਹਨਾਂ ਹੇਟ ਸਪੀਚ ਕੀਤੀ ਜਾ ਰਹੀ ਆ। ਸੋ ਕੁਦਰਤੀ ਗੱਲ ਆ, ਡਰ ਤੇ ਹੈਗਾ ਆ, ਘੱਟ ਗਿਣਤੀਆਂ 'ਚ ਡਰ ਹੈ ਅੱਜ ਦੀ ਡੇਟ 'ਚ। ਪਰ ਪ੍ਰਸ਼ਾਸਨ ਪੁਲਿਸ ਕਾਹਦੇ ਵਾਸਤੇ ਆ ਜੀ? ਪੁਲਿਸ ਦੇ ਉੱਪਰ ਇਸ ਕਰਕੇ ਦਬਾਅ ਹੈਗਾ ਕਿਉਂਕਿ ਇੱਥੇ ਮੁਸਲਮਾਨ ਜਿਹੜੇ ਘੱਟ ਗਿਣਤੀ 'ਚ ਆ, ਵੱਧ ਤੋਂ ਵੱਧ ਇੱਥੇ 100 ਜਾਂ ਮੋਰ ਦੈਨ ਇੰਨੇ ਕੁ ਪਰਿਵਾਰ ਹੋਣਗੇ। ਇਸ ਕਰਕੇ ਉਹ ਡਰ ਦੇ ਵਿੱਚ ਆ ਕਿਉਂਕਿ ਮੈਜੋਰਟੀ ਜਿਹੜੀ ਆ ਉਹ ਬੀਜੇਪੀ ਦੀ ਆ, ਬੀਜੇਪੀ ਦਾ ਇੱਥੋਂ ਐਮਐਲਏ ਆ। ਇਸ ਕਰਕੇ ਉਹ ਇਹਨਾਂ ਨੂੰ ਦਬਾ ਰਹੇ ਵੀ ਅਸੀਂ ਇਹਨਾਂ ਨੂੰ ਦਬਾਈਏ ਕਿਉਂਕਿ ਨੈਸ਼ਨਲ ਏਜੰਡਾ ਆ। 24 ਆ ਰਿਹਾ, ਇਲੈਕਸ਼ਨ ਆ ਮੋਰੇ, 24 ਦੇ ਇਲੈਕਸ਼ਨ ਨੂੰ ਜਿੱਤਣ ਦੇ ਲਈ ਇਹ ਸਾਰੀਆਂ ਗੱਲਾਂ ਹੋ ਰਹੀਆਂ। ਸੋ ਇਸ ਕਰਕੇ ਸਾਂਝਾ ਫਰੰਟ ਜਿਹੜਾ ਆ ਉਹ ਕਦੇ ਵੀ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਅਸੀਂ ਅਮਨ ਅਮਾਨ ਵਾਲੇ ਲੋਕ ਹਾਂ, ਅਸੀਂ ਸ਼ਾਂਤੀ ਨੂੰ ਪਸੰਦ ਕਰਦੇ ਹਾਂ ਔਰ ਇਹ ਦੇਸ਼ ਸੰਵਿਧਾਨ ਨਾਲ ਚੱਲਦਾ। ਸੰਵਿਧਾਨ ਹਰ ਇੱਕ ਨੂੰ ਵਪਾਰ ਕਰਨ ਦੀ ਆਗਿਆ ਦਿੰਦਾ। ਇਹ ਕੋਈ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆਏ ਥੋੜੀ ਲੋਕ ਆ। ਇਹਨਾਂ ਨੇ ਪੰਜਾਬ ਚੁਣਿਆ ਆਜ਼ਾਦੀ ਵੇਲੇ, ਇਹਨਾਂ ਨੇ ਪਾਕਿਸਤਾਨ ਨਹੀਂ ਚੁਣਿਆ, ਇਹਨਾਂ ਨੇ ਬੰਗਲਾਦੇਸ਼ ਨਹੀਂ ਚੁਣਿਆ ਕਿਉਂਕਿ 47 ਤੋਂ ਪਹਿਲਾਂ ਤੇ ਪਾਕਿਸਤਾਨ ਬੰਗਲਾਦੇਸ਼ ਸਾਰੇ ਅਸੀਂ ਇੱਕੋ ਹੀ ਸੀ। ਪਰ ਇਹਨਾਂ ਨੇ ਪੰਜਾਬ ਚੁਣਿਆ, ਇਹਨਾਂ ਨੇ ਭਾਰਤ ਚੁਣਿਆ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇਸ ਚੋਣ ਦੀ। ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਸਾਡੇ ਆਪਣੇ ਨੇ ਔਰ ਅਸੀਂ ਇਹਨਾਂ ਦੇ ਨਾਲ ਸਾਰੇ ਖੜੇ ਹਾਂ। ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਤਾਂ ਖੜਾ ਹੀ ਆ। ਉਸ ਤੋਂ ਇਲਾਵਾ ਸਿੱਖ ਜਥੇਬੰਦੀਆਂ, ਉਸ ਤੋਂ ਇਲਾਵਾ ਬਾਲਮੀਕ ਸਭਾਵਾਂ, ਉਸ ਤੋਂ ਇਲਾਵਾ ਰਵਿਦਾਸ ਸਭਾਵਾਂ, ਸਾਡੇ ਵਿੱਚ ਬਾਲਮੀਕ ਸਭਾਵਾਂ ਰਵਿਦਾਸ ਸਭਾਵਾਂ ਦੇ ਵੀ ਆ। ਇੱਥੋਂ ਤੱਕ ਸਿੱਖ ਸਭਾਵਾਂ ਦੇ ਬਾਜੇ ਕੌਮ ਦੇ ਜਥੇਬੰਦੀਆਂ ਦੇ ਆ, ਤਰਨਾ ਦਲ ਤੋਂ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਕ੍ਰਿਸਚਨ ਨੈਸ਼ਨਲ ਫਰੰਟ ਆ, ਮਸੀਹ ਭਾਈਚਾਰਾ ਪੂਰਾ ਨਾਲ ਆ ਔਰ ਅਸੀਂ ਉਹਨਾਂ ਨਾਲ ਬਿਲਕੁਲ ਚਟਾਨ ਵਾਂਗ ਖੜੇ ਹਾਂ ਔਰ ਜਲਦ ਇਹਨਾਂ ਦੇ ਵਪਾਰ ਖੁੱਲਣਗੇ, ਦੁਕਾਨਾਂ ਖੁੱਲਣਗੀਆਂ। ਜ਼ਰੂਰ। ਮੇਰੇ ਨਾਲ ਗੁਰਨਾਮ ਸਿੰਘ ਸਿੰਗੜੀਵਾਲ ਜੀ ਵੀ ਹੈਗੇ, ਆਪਾਂ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਹਾਂ। ਗੁਰਨਾਮ ਸਿੰਘ ਜੀ, ਇੱਕ ਦਹਿਸ਼ਤ ਦਾ ਮਾਹੌਲ, ਡਰ ਦਾ ਮਾਹੌਲ ਜਦੋਂ ਆਪਾਂ ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਸਾਫ਼ ਝਲਕਦਾ ਹੈਗਾ। ਪੁਲਿਸ ਡੀਐਸਪੀ ਸਾਹਿਬ ਨਾਲ ਵੀ ਮੈਂ ਗੱਲਬਾਤ ਕੀਤੀ ਹੈ। ਮੈਂ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਮੈਂ ਕਿਤੇ ਸਾਰਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਦਰਸ਼ਕੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਜ਼ਰੂਰ ਕਰਿਓ। ਡੀਐਸਪੀ ਸਾਹਿਬ ਦੇ ਨਾਲ ਜਿਹੜੀ ਗੱਲ ਹੋਈ ਆ ਤੁਸੀਂ ਉਹ ਵੀ ਸੁਣੀ ਹੈ। ਮੈਂ ਉਹਨਾਂ ਨੂੰ 2-3 ਸਵਾਲ ਕੀਤੇ ਆ, ਤੁਹਾਨੂੰ ਕੀ ਲੱਗਦਾ ਹੈਗਾ ਕਿ ਪ੍ਰਸ਼ਾਸਨ ਵਾਕਈ ਸੱਚਮੁੱਚ ਕਿਸੇ ਨਾ ਕਿਸੇ ਦੇ ਦਬਾਅ ਹੇਠ ਆਇਆ ਜਾਂ ਤੁਹਾਡੀ ਕੀ ਰਾਏ ਹੈਗੀ ਆ? ਤੁਹਾਨੂੰ ਕੀ ਲੱਗਦਾ ਹੈਗਾ ਜੋ ਵੀ ਇਹ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਇਹਦੇ ਪਿੱਛੇ ਤੁਹਾਨੂੰ ਕੀ ਲੱਗਦੀ ਆ ਮਨਸ਼ਾ ਕੀ ਹੈਗੀ ਆ? ਕੌਣ ਲੋਕ ਜ਼ਿੰਮੇਵਾਰ ਨੇ? ਕਿ ਜੇ ਕਿਸੇ ਕਮਿਊਨਿਟੀ ਦਾ ਇੱਕ ਬੰਦਾ ਕੋਈ ਗਲਤੀ ਕਰਦਾ ਹੈਗਾ ਤਾਂ ਉਹਦੀ ਜਿਹੜੀ ਸਜ਼ਾ ਹੈਗੀ ਆ ਬਾਕੀ ਜਿਹੜੇ ਸਾਰੇ ਉਸ ਕਮਿਊਨਿਟੀ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੁੰਦੀ ਹੈ? ਕੀ ਇਹ ਜ਼ਰੂਰੀ ਹੈ ਜੇ ਕੋਈ ਇੱਕ ਹਿੰਦੂ ਭਾਈਚਾਰੇ ਦਾ ਸੱਜਣ ਕੋਈ ਗਲਤੀ ਕਰੂੰਗਾ ਤਾਂ ਸਾਰੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਬੰਦ ਕਰਵਾਤਾ ਜਾਊਗਾ? ਕੀ ਇਹ ਇੱਦਾਂ ਚਾਹੀਦਾ ਹੁੰਦਾ ਹੈ? ਕੀ ਭਾਰਤ ਦਾ ਕਾਨੂੰਨ, ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਹੈ? ਜ਼ਰੂਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ। ਇੱਦਾਂ ਦੀਆਂ ਗੱਲਾਂ ਹੀ ਆਪਾਂ ਸਿੰਗੜੀਵਾਲ ਜੀ ਦੇ ਨਾਲ ਵੀ ਕਰਦੇ ਹਾਂ। ਇਹਨਾਂ ਗੱਲਾਂ ਦੇ ਜਵਾਬ ਆਪਾਂ ਸਿੰਗੜੀਵਾਲ ਜੀ ਕੋਈ ਵੀ ਲੈਂਦੇ ਹਾਂ। ਸਿੰਗੜੀਵਾਲ ਜੀ, ਕੀ ਕਹਿਣਾ ਚਾਹੁੰਦੇ ਹੋ ਜੇ ਇੱਕ ਬੰਦੇ ਨੇ ਗਲਤੀ ਕੀਤੀ ਤੇ ਬਾਕੀਆਂ ਦੇ ਅੰਦਰ ਇੰਨਾ ਜ਼ਿਆਦਾ ਡਹਿਲ ਦਾ ਮਾਹੌਲ ਪਾਤਾ ਗਿਆ? ਕੁਝ ਵੀਰਾਂ ਨੇ ਝੱਕਦੇ ਨੇ ਨਾਂ ਵੀ ਲੈ ਲਏ ਹੈਗੇ ਉਹਨਾਂ ਦੇ ਜਿਨ੍ਹਾਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਨੇ। ਹਾਂਜੀ, ਭੁਪਿੰਦਰ ਜੀ, ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਭੁਪਿੰਦਰ ਜੀ, ਇਹ ਜਿਹੜੀ ਭਾਜਪਾ ਦੀ ਹਿੰਦੂਤਵਾ ਜਥੇਬੰਦੀਆਂ ਦੀ ਜਿਹੜੀ ਦਹਿਸ਼ਤਗਰਦੀ ਆ ਉਹ ਪੂਰੇ ਦੇਸ਼ ਦੇ ਅੰਦਰ ਤਾਂ ਆਪਾਂ ਸਾਰੇ ਪਾਸੇ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਜ਼ਬਰ ਜ਼ੁਲਮ ਜਿਹੜੇ ਹੋ ਰਹੇ ਆ, SC ST OBC ਦੇ ਉੱਤੇ ਲਗਾਤਾਰ ਜਿਹੜੇ ਜ਼ਬਰ ਜਿਹੜੇ ਆ ਦੇਸ਼ ਦੇ ਅੰਦਰ ਹੋ ਰਹੇ ਆ। ਲੇਕਿਨ ਜਦੋਂ ਪੰਜਾਬ ਦੀ ਗੱਲ ਆਉਂਦੀ ਆ, ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਇੱਕ ਫਲਸਫਾ ਪੈਦਾ ਕੀਤਾ ਆ, ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਵਾਰਾ ਜੀਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਲੇਕਿਨ ਇਹ ਆਪਣੀ ਜਿਹੜੀ ਸੱਤਾ ਦੇ ਹੰਕਾਰ ਦੇ ਵਿੱਚ ਇਹ ਨਹੀਂ ਪੰਜਾਬ ਵਰਗੇ ਉਸ ਪਵਿੱਤਰ ਧਰਤੀ ਦੇ ਵਿੱਚ ਵੀ ਇਹ ਜਿਹੜੇ ਆਪਣੇ ਨਿਪਾਕ ਜਿਹੜੇ ਇਦਾਂ ਦੇ ਉਹ ਹਰਕਤਾਂ ਆ ਇਹ ਨਹੀਂ ਸ਼ੁਰੂ ਕੀਤੀਆਂ। ਤੇ ਅਸੀਂ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਜਿਹੜਾ ਇਹਨਾਂ ਗੁੰਡਾਗਰਦੀਆਂ ਨੂੰ ਬਿਲਕੁਲ ਨਹੀਂ ਬਰਦਾਸ਼ਤ ਕਰੂਗਾ ਤੇ ਬਿਲਕੁਲ ਮੂੰਹ ਤੋੜ ਜਵਾਬ ਦਿੱਤਾ ਜਾਊਗਾ। ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਵੀ ਜਲਦ ਤੋਂ ਜਲਦ ਜਿਹੜਾ ਆ ਇੱਥੇ ਦਾ ਮਾਹੌਲ ਜਿਹੜਾ ਉਹ ਅਮਨ ਅਮਾਨ ਵਾਲਾ ਬਣਾਇਆ ਜਾਵੇ, ਨਹੀਂ ਤਾਂ ਸਾਨੂੰ ਕੋਈ ਜਿਹੜਾ ਸਖਤ ਜਿਹੜਾ ਆ ਉਹ ਪ੍ਰੋਗਰਾਮ ਇੱਥੇ ਦੇਣਾ ਪਊਗਾ। ਸਿੰਗੜੀਵਾਲ ਜੀ, ਤੁਸੀਂ ਡੀਐਸਪੀ ਸਾਹਿਬ ਨਾਲ ਜਦੋਂ ਗੱਲ ਕੀਤੀ ਆ, ਮੈਂ ਵੀ ਗੱਲ ਕੀਤੀ ਆ, ਤੁਹਾਨੂੰ ਕੀ ਲੱਗਦਾ ਵੀ ਉਹ ਅੰਡਰ ਪ੍ਰੈਸ਼ਰ ਨੇ ਉਹ? ਕਿਉਂਕਿ ਇੰਨੇ ਦਿਨ ਬੀਤ ਚੁੱਕਿਆ, ਕਾਰਵਾਈ ਤਾਂ ਹੁਣ ਤੱਕ ਹੋ ਸਕਦੀ ਸੀਗੀ, ਦੁਕਾਨਾਂ ਤੇ ਖੁਲਵਾਈਆਂ ਜਾ ਸਕਦੀਆਂ ਸੀਗੀਆਂ, ਛੋਟਾ ਜਿਹਾ ਸ਼ਹਿਰ ਆ।
ਬਿਲਕੁਲ ਜਿਹੜੀ ਭਾਜਪਾ ਆ ਉਹ ਬੜੇ ਕੋਝੇ ਹੱਥ ਕੰਡੇ ਜਿਹੜੇ ਉਹ ਅਪਣਾ ਕੇ ਤੁਸੀਂ ਦੇਖ ਰਹੇ ਆ ਪੂਰੀ ਸੱਤਾ ਦੇ ਵਿੱਚ ਕਿਸ ਤਰੀਕੇ ਦੇ ਉਹ ਕੋਝੇ ਜਿਹੜੇ ਹੱਥ ਕੰਡੇ ਅਪਣਾ ਰਹੀ ਆ। ਇੱਥੇ ਭਾਜਪਾ ਦਾ ਐਮਐਲਏ ਹੋਣ ਕਾਰਨ ਉਹਦੀ ਛਤਰ ਛਾਇਆ ਹੇਠ ਜਿਹੜੀ ਆ ਇਹ ਇੱਥੇ ਦਾ ਜਿਹੜਾ ਪੰਜਾਬ ਦਾ ਅਮਨ ਅਮਾਨ ਜਿਹੜਾ ਆ ਉਹ ਖਰਾਬ ਹੋ ਰਿਹਾ ਆ, ਹਾਂਜੀ, ਔਰ ਦਹਿਸ਼ਤ ਵਾਲਾ ਹੋ ਰਿਹਾ ਆ। ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਸ ਕਿਸੇ ਨਾਲ ਵੀ ਸਾਡੇ ਮੁਸਲਿਮ ਭਾਈਚਾਰੇ ਦੇ ਨਾਲ ਥੋੜੀ ਜਿਹੜੀ ਜ਼ਿਆਦਤੀ ਹੋਈ ਆ ਉਹਨੂੰ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਡੀਐਸਪੀ ਸਾਹਿਬ ਨੂੰ ਵੀ ਤੁਰੰਤ ਜਿਹੜੀਆਂ ਉਹਨਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਖੋਲ੍ਹ ਕੇ ਉਹ ਅਮਨ ਅਮਾਨ ਵਾਲੀ ਜਿਹੜੀ ਆ ਇੱਥੇ ਦੀ ਜਿਹੜਾ ਮਾਹੌਲ ਜਿਹੜਾ ਉਹ ਕੀਤਾ ਜਾਵੇ। ਜ਼ਰੂਰ। ਆਵਾਜ਼ੇ ਕੌਮ ਜਥੇਬੰਦੀ ਦੇ ਸਰਦਾਰ ਨੋਬਲਜੀਤ ਸਿੰਘ ਵੀ ਹੈਗੇ ਨੇ, ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ। ਨੋਬਲਜੀਤ ਸਿੰਘ ਜੀ, ਆਪਾਂ ਹੋਰ ਵੀਰਾਂ ਨਾਲ ਵੀ ਗੱਲ ਕੀਤੀ ਹੈਗੀ ਆ, ਤੁਸੀਂ ਵੀ ਕੋਲ ਸਾਰਾ ਦੇਖਿਆ ਸੁਣਿਆ, ਜਿਹੜੇ ਨੌਜਵਾਨ ਹੈਗੇ ਨੇ ਜਿਨ੍ਹਾਂ ਦੀਆਂ ਦੁਕਾਨਦਾਰ ਜਿਹੜੇ ਹੈਗੇ ਨੇ, ਡਰ ਦਾ ਇੱਕ ਮਾਹੌਲ ਹੈਗਾ, ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਸਲੇ ਤੇ? ਦੇਖੋ, ਇਹ ਜਿਹੜੀ ਸਾਰੀ ਇੱਥੇ ਮਾਹੌਲ ਬਣਿਆ ਹੋਇਆ ਜੋ ਹੈਗਾ ਇਹਦੇ ਵਿੱਚ ਪ੍ਰਸ਼ਾਸਨ ਦਾ ਪਹਿਲਾ ਫੇਲੀਅਰ ਆ ਇਹ। ਜੇ ਗੱਲ ਕਿਸੇ ਹੋਰ ਕਮਿਊਨਿਟੀ ਦੇ ਨਾਲ ਹੁੰਦੀ ਤੇ ਫਿਰ ਉਹਦਾ ਬਿਹੇਵ ਹੋਰ ਤਰ੍ਹਾਂ ਦਾ ਹੋਣਾ ਸੀਗਾ, ਪਰ ਜੋ ਇੱਥੇ ਇਹਨਾਂ ਦਾ ਬਿਹੇਵ ਆ ਇੱਥੇ ਦੇ ਪ੍ਰਸ਼ਾਸਨ ਦਾ ਉਹ ਬੜਾ ਮਤਲਬ ਬਹੁਤ ਤਸੱਲੀਯੋਗ ਨਹੀਂ ਹੈਗਾ, ਨਾਲੇ ਬਹੁਤ ਗਲਤ ਆ ਉਹਨਾਂ ਦਾ। ਕਿਉਂਕਿ ਦੇਖੋ ਅੱਜ ਸਾਨੂੰ ਆਉਣ ਦੀ ਕਿਉਂ ਲੋੜ ਪਈ, 10 ਦਿਨ ਨਾਲ ਵੀ ਜ਼ਿਆਦਾ ਦਿਨ ਹੋ ਗਏ ਆ ਇਹ ਗੱਲ ਨੂੰ ਹੋਈ, ਤੇ ਇਹ ਇਹਨਾਂ ਨੂੰ ਨਹੀਂ ਦਿਖਦਾ ਕੀ ਹੁੰਦਾ। ਆਹ ਸ਼ਹਿਰ ਆ ਅੱਧਾ ਕਿਲੋਮੀਟਰ ਤੇ ਮਤਲਬ ਉਹ ਤੋਂ ਵੀ ਪਹਿਲਾਂ ਥਾਣਾ ਆ, ਡਿਪਟੀ ਬੈਠਾ ਆ, ਐਸਐਚਓ ਬੈਠਾ, ਸਾਰੀ ਫੋਰਸ ਬੈਠੀ ਆ, ਕੁਛ ਕਦਮਾਂ ਦੇ ਉੱਤੇ ਦੁਕਾਨਾਂ ਬੰਦ ਆ। ਇੱਥੇ ਦੇ ਜਿਹੜੇ ਇੱਥੇ ਦੇ ਹਿੰਦੂ ਗੁੰਡਾ ਅਨਸਰ ਆ ਜਿਹੜੇ ਉਹ ਇੱਥੇ ਦਹਿਸ਼ਤ ਪੈਦਾ ਕਰ ਰਹੇ ਆ, ਉਹਨਾਂ ਨੂੰ ਚੱਕ ਕੇ ਅੰਦਰ ਸਿੱਟੇ। ਜੇ ਉਹਦੇ ਤੇ ਕੋਈ ਪ੍ਰੈਸ਼ਰ ਆ, ਕੋਈ ਬੀਜੇਪੀ ਦਾ ਐਮਐਲਏ ਕਹਿੰਦਾ ਜਾਂ ਸੈਂਟਰ ਤੋਂ ਕੋਈ ਫੋਨ ਕਰਾਂਦਾ ਤੇ ਉਹ ਦੱਸੇ ਨਾ, ਫਿਰ ਗੌਰਮੈਂਟ ਜਿਹੜੀ ਭਗਵੰਤ ਮਾਨ ਦੀ ਆ, ਆਮ ਆਦਮੀ ਦੀ ਸਰਕਾਰ ਆ, ਤੇ ਫਿਰ ਉਹ ਜਵਾਬ ਦੇ ਆ। ਜੇ ਇਹ ਨਹੀਂ ਕੁਛ ਕਰ ਸਕਦੇ ਤੇ ਫਿਰ ਦੱਸੇ, ਫਿਰ ਇੱਥੋਂ ਇਹ ਟਰਾਂਸਫਰ ਹੋਣ ਜਾਂ ਛੱਡਣ। ਜਿਹੜਾ ਕੋਈ ਕਰ ਸਕਦਾ ਉਹ ਅਫਸਰ ਲਿਆਏ ਜਾਣ ਤੇ ਤੁਰੰਤ ਜਿਹੜੀ ਇੱਥੇ ਦੁਕਾਨਾਂ ਖਲਾਈਆਂ ਜਾਣ ਤੇ ਜਿਹੜਾ ਅਮਨ ਕਾਨੂੰਨ ਆ ਉਹ ਬਣਾਇਆ ਜਾਵੇ। ਇਹ ਅਸੀਂ ਮਤਲਬ ਅੱਜ ਇਹ ਸਾਰੀ ਗੱਲ ਹੋਈ ਆ, ਇੱਕ ਅੱਧੇ ਦਿਨ 'ਚ ਅਸੀਂ ਦੇਖਦੇ ਹਾਂ ਕੀ ਹੁੰਦਾ। ਜੇ ਨਹੀਂ ਕਰ ਸਕਣਗੇ ਫਿਰ ਅਸੀਂ ਤਾਂ ਪੰਜਾਬ ਵਸਦੇ 'ਚ ਰਹਿੰਦੇ ਆ, ਅਸੀਂ ਤਾਂ ਹਰ ਇੱਥੇ ਦੇ ਵਸਿੰਦੇ ਨੂੰ ਅਸੀਂ ਆਪਣਾ ਮੰਨਦੇ ਆ, ਠੀਕ ਹੈ ਨਾ, ਤੇ ਅਸੀਂ ਤਾਂ ਫਿਰ ਖਿਲਾਵਾਂਗੇ। ਜੇ ਨਹੀਂ ਖਿਲਾ ਸਕੇ ਅਸੀਂ ਖਿਲਾਵਾਂਗੇ, ਫਿਰ ਉਹ ਬੰਦ ਕਰਕੇ ਦਿਖਾਣਾ, ਅਸੀਂ 24 ਘੰਟੇ ਖਿਲਾ ਦਾਂਗੇ। ਫਿਰ ਕਰ ਲੈਣ ਬੰਦ, ਕਿਹੜੇ ਆ ਜਾਵੇ ਬੀਜੇਪੀ, ਲਿਆਣ ਬਜਰੰਗ ਦਲ, ਲਿਆਣ ਸ਼ਿਵ ਸੈਨਾ, ਜਿੰਨਾ ਜੋ ਲੈ ਕੇ ਆਉਣਾ ਇਹਨਾਂ ਦੀਆਂ ਜਿੰਨੀਆਂ ਗੁੰਡਾ ਫੋਰਸਿਸ ਲਿਆਣ, ਫਿਰ ਦੇਖ ਲੈਣ। ਇਹ ਵੀ ਕਰਕੇ ਜੇ ਦੇਖਣਾ ਚਾਹੁੰਦੇ ਆ ਤਾਂ ਇਹ ਪੰਜਾਬ ਦਾ ਮਾਹੌਲ ਨੂੰ ਅੱਗ ਲਾਉਣ ਦੀ ਸਾਜ਼ਿਸ਼ ਆ। ਪਟਿਆਲੇ 'ਚ ਅਸੀਂ ਇਹ ਸਾਰੀ ਘਟਨਾ ਜਿਹੜੀ ਆ ਬੜੀ ਲਾਗੇ ਹੋ ਕੇ ਦੇਖੀ ਆ, ਪਰ ਇਹ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਇਹ ਮੁੜ ਕੇ ਇਹ ਮਤਲਬ ਇਹਨਾਂ ਨੂੰ ਨੋਨ ਸੀਰੀਅਸ ਨਾ ਲਵੇ, ਇਹਨਾਂ ਨੂੰ ਘਟਨਾਵਾਂ ਨੂੰ ਸੀਰੀਅਸ ਲਵੇ। ਇਹ ਪਤਾ ਨਹੀਂ ਹੁੰਦਾ ਚੰਗਿਆੜੀ ਕਦੋਂ ਜੰਗਲ ਦੀ ਅੱਗ ਬਣ ਜਾਂਦੀ ਆ। ਸੋ ਮੁਕੇਰੀਆਂ ਦੇ ਹੀ ਰਹਿਣ ਵਾਲੇ ਹੈਗੇ ਨੇ ਮੇਰੇ ਨਾਲ ਵੀਰ ਸਰਦਾਰ ਦਵਿੰਦਰ ਸਿੰਘ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਹੈਗੇ ਨੇ। ਆਪਾਂ ਉਹਨਾਂ ਨਾਲ ਵੀ ਥੋੜੀ ਗੱਲ ਕਰ ਲੈਂਦੇ ਹਾਂ। ਦਵਿੰਦਰ ਸਿੰਘ ਜੀ, ਤੁਹਾਡੇ ਸ਼ਹਿਰ ਦੇ ਵਿੱਚ ਆ ਇੰਨਾ ਕੁਝ ਵਾਪਰ ਰਿਹਾ ਹੈਗਾ, ਮਤਲਬ 15 ਕੁ ਦਿਨ ਹੋ ਜਾਂਦੇ ਹੈਗੇ ਆ, ਦੁਕਾਨਾਂ ਬੰਦ ਧੱਕੇ ਨਾਲ ਕਰਵਾਈਆਂ ਜਾ ਰਹੀਆਂ ਹੈਗੀਆਂ, ਦਹਿਸ਼ਤ ਦਾ ਮਾਹੌਲ ਸਾਫ਼ ਆਪਾਂ ਚਿਹਰਿਆਂ ਦੇ ਉੱਪਰ ਦੇਖ ਸਕਦੇ ਹਾਂ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਾਰੇ ਜਥੇਬੰਦੀਆਂ ਮੁਕੇਰੀਆਂ ਵਿੱਚ ਇਕੱਠੀਆਂ ਹੋਈਆਂ, ਜੋ ਪਿਛਲੀ ਦਿਨੀ ਸਾਡੇ ਮੁਸਲਮਾਨ ਭਰਾ ਉਹਨਾਂ ਦੀਆਂ ਜਬਰਨ ਜਿਹੜੀਆਂ ਦੁਕਾਨਾਂ ਉਹ ਬੰਦ ਕਰਾਈਆਂ ਗਈਆਂ। ਕਸੂਰ ਸਿਰਫ ਇੱਕ ਸ਼ਖਸ ਦਾ ਸੀ, ਜਿਹੜੀ ਸਜ਼ਾ ਜਿਹੜੀ ਆ ਉਹ ਸਾਰੇ ਮੁਸਲਮਾਨ ਭਾਈਆਂ ਨੂੰ ਦੇ ਰਹੀ ਜਾ ਰਹੀ ਆ। ਸੋ ਇਹਦਾ ਆਪਾਂ ਡਟ ਕੇ ਵਿਰੋਧ ਕਰਦੇ ਹਾਂ ਵੀ ਜਿਹੜਾ ਕਸੂਰਵਾਰ ਆ, ਕਾਨੂੰਨ ਨੇ ਉਹਨੂੰ ਸਜ਼ਾ ਦੇ ਦਿੱਤੀ ਆ, ਉੱਤੇ ਪਰਚਾ ਹੋਇਆ, ਇਸ ਟਾਈਮ ਉਹ ਅਰੈਸਟ ਹੋਇਆ, ਅੰਦਰ ਆ ਜੇਲ੍ਹ ਵਿੱਚ। ਤੇ ਬਾਕੀ ਜਿਹੜੇ ਸਾਡੇ ਮੁਸਲਮਾਨ ਭਰਾ ਆ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਉਹ ਬੰਦ ਨਹੀਂ ਹੋਣੀਆਂ ਚਾਹੀਦੀਆਂ। ਤੇ ਅੱਜ ਡੀਐਸਪੀ ਸਾਹਿਬ, ਐਸਐਚ ਸਾਹਿਬ ਇੱਥੇ ਸਾਡੇ ਨਾਲ ਇੱਕ ਮੀਟਿੰਗ ਹੋਈ ਆ ਵੀ ਜਿਹੜੀ ਇੱਕ ਅੱਧੇ ਦਿਨ ਤੱਕ ਜਿਹੜੀਆਂ ਉਹ ਦੁਕਾਨਾਂ ਆਪਾਂ ਖਿਲਾ ਦਿੱਤੀਆਂ ਜਾਣਗੀਆਂ। ਜੇ ਪ੍ਰਸ਼ਾਸਨ ਉਹ ਦੁਕਾਨਾਂ ਨਹੀਂ ਖਿਲਾਉਂਦੀਆਂ, ਮਜਬੂਰਨ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ, ਸਤਿਕਾਰ ਕਮੇਟੀ ਪੰਜਾਬ ਤੇ ਹੋਰ ਜਥੇਬੰਦੀਆਂ ਵੱਲੋਂ ਆਪਾਂ ਆਪਣੀ ਪ੍ਰੋਟੈਕਸ਼ਨ ਦੇ ਕੇ ਜਿਹੜੀਆਂ ਉਹ ਦੁਕਾਨਾਂ ਜਿਹੜੀਆਂ ਖਿਲਾਵਾਂਗੇ। ਬਾਕੀ ਜੇ ਪ੍ਰਸ਼ਾਸਨ ਨਹੀਂ ਸਾਥ ਦਿੰਦਾ ਤੇ ਉਹ ਜ਼ਿੰਮੇਵਾਰੀ ਸਰਕਾਰ ਦੀ ਜਾਂ ਇੱਥੇ ਦੀ ਪ੍ਰਸ਼ਾਸਨ ਦੀ ਹੋਊਗੀ। ਦਵਿੰਦਰ ਸਿੰਘ ਜੀ, ਕੁਝ ਸੱਜਣਾ ਦੇ ਨਾਮ ਲਏ ਨੇ ਇਹਨਾਂ ਨੇ ਵੀ ਜਿਹੜੇ ਇਹਨਾਂ ਨੂੰ ਧਮਕੀਆਂ ਦਿੰਦੇ ਆ, ਤੁਹਾਡੀ ਜਾਣਕਾਰੀ 'ਚ ਹੈ ਵੀ ਕੌਣ ਲੋਕ ਨੇ ਉਹ?
ਇੱਕ ਮੇਰਾ ਖਿਆਲ ਕੋਈ ਬੰਟੀ ਕਰਕੇ, ਇੱਕ ਪ੍ਰਦੀਪ ਪਲਾਹਾ, ਇਦਾਂ 2-3 ਨਾਂ ਲਏ ਨੇ ਇਹਨਾਂ ਨੇ। ਨਹੀਂ, ਇਹ ਸਾਡੀ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਹੈ ਵੀ ਜਿਹਨੇ ਇਹਨੂੰ ਧਮਕੀਆਂ ਦਿੱਤੀਆਂ। ਵੈਸੇ ਇਹਨਾਂ ਨੂੰ ਜੇ ਕੋਈ ਧਮਕੀਆਂ ਦਿੰਦਾ ਆ, ਪ੍ਰਸ਼ਾਸਨ ਬੈਠਾ ਆ ਉੱਥੇ, ਪ੍ਰਸ਼ਾਸਨ ਨੂੰ ਦਰਖਾਸਤ ਦੇਣ। ਜੇ ਕੋਈ ਕਾਰਵਾਈ ਨਹੀਂ ਕਰਦਾ ਤਾਂ ਫਿਰ ਜਥੇਬੰਦੀਆਂ ਨੂੰ ਦੱਸੇ, ਫਿਰ ਜਥੇਬੰਦੀਆਂ ਆਪ ਜਿਹੜੀਆਂ ਉਹ ਕਰਾਉਣਗੀਆਂ, ਜਿਹੜੀਆਂ ਵੀ ਕਾਰਵਾਈ ਉੱਤੇ ਨਹੀਂ ਹੁੰਦੀ ਜਿਹੜੀ ਕਰਾਉਣਗੀਆਂ। ਬਾਬਾ ਗੁਰਦੇਵ ਸਿੰਘ ਜੀ ਵੀ ਹੈਗੇ ਨੇ, ਆਪਾਂ ਇੱਕ ਦੀ ਗੱਲ ਉਹਨਾਂ ਨੇ ਵੀ ਕਰ ਲੈਂਦੇ ਆ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਜਿੱਦਾਂ ਦਵਿੰਦਰ ਸਿੰਘ ਉਹਨਾਂ ਨੇ ਆਖਿਆ ਕਿ ਜੇ ਪ੍ਰਸ਼ਾਸਨ ਦੁਕਾਨਾਂ ਨਹੀਂ ਖੁਲਵਾਉਂਦਾ, ਜਿਨ੍ਹਾਂ ਨੌਜਵਾਨਾਂ ਦੇ ਨਾਲ, ਜਿਨ੍ਹਾਂ ਦੁਕਾਨਦਾਰਾਂ ਨਾਲ ਧੱਕਾ ਹੋ ਰਿਹਾ, ਤਾਂ ਫਿਰ ਅਸੀਂ ਪ੍ਰੋਟੈਕਸ਼ਨ ਦੇ ਕੇ ਅਸੀਂ ਖੜਾਂਗੇ ਦੁਕਾਨਦਾਰਾਂ ਦੇ ਨਾਲ ਤੇ ਅਸੀਂ ਖੁਲਵਾਵਾਂਗੇ। ਮੈਂ ਬਾਬਾ ਜੀ ਇਹ ਗੱਲ ਜਾਣਨੀ ਚਾਹੁੰਦਾ ਵੀ ਜੇ ਤੁਸੀਂ ਸਾਰਾ ਕੁਝ ਕਰਨਾ ਤਾਂ ਫਿਰ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਉਹ ਕਾਹਦੇ ਲਈ ਨੇ ਭਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਭੁਪਿੰਦਰ ਸਿੰਘ ਜੀ, ਆਪ ਜਾਣਦੇ ਹੀ ਹੋ ਕਿ ਸਰਕਾਰਾਂ ਜਿਹੜੀਆਂ ਨੇ ਜਾਂ ਪ੍ਰਸ਼ਾਸਨ ਨੇ, ਇਹ ਜੋ ਕੁਝ ਕਰਦਾ ਆਪ ਸਾਰਾ ਭਲੀ ਪੰਥ ਜਾਣਦੇ ਹੋ। ਇਹ ਖਾਲਸਾ ਪੰਥ ਨੂੰ ਕਰਨਾ ਪੈਂਦਾ, ਖਾਲਸਾ ਪੰਥ ਦੇ ਹਿੱਸੇ ਆਇਆ ਕਿ ਗੁਰੂ ਸਾਹਿਬ ਨੇ ਜਿਸ ਵੇਲੇ ਖਾਲਸਾ ਪੰਥ ਤਿਆਰ ਕੀਤਾ ਤੇ ਉਹ ਗਰੀਬ ਦੀ ਰੱਖਿਆ ਕਰਨ ਵਾਸਤੇ, ਜ਼ਾਲਮ ਦੇ ਨਾਲ ਟੱਕਰ ਲੈਣ ਵਾਸਤੇ ਇਹ ਖਾਲਸਾ ਪੰਥ ਸਿਰਜਿਆ ਗਿਆ ਸੀ। ਅੱਜ ਵੀ ਖਾਲਸਾ ਪੰਥ ਜਿੱਥੇ ਕਿਤੇ ਧੱਕਾ ਹੁੰਦਾ ਉੱਥੇ ਖੜਾ ਤੇ ਆਪਾਂ ਤਿਆਰ ਹਾਂ ਇਹਨਾਂ ਨੂੰ ਕਾਰੋਬਾਰ ਇਹਨਾਂ ਦਾ ਚਲਾਉਣ ਵਾਸਤੇ, ਇਹਨਾਂ ਨੂੰ ਹੱਕ ਲੈ ਕੇ ਦੇਣ ਵਾਸਤੇ ਇਹਨਾਂ ਦੇ ਨਾਲ ਬਿਲਕੁਲ ਅਸੀਂ ਆਪਣੀ ਤਨਦੇਹੀ ਦੇ ਨਾਲ ਖੜੇ ਹਾਂ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਉਹ ਚਲਾਉਣ ਵਾਸਤੇ ਬਿਲਕੁਲ ਹਰ ਤਰ੍ਹਾਂ ਤਿਆਰ ਹਾਂ। ਮਤਲਬ ਪ੍ਰਸ਼ਾਸਨ ਪਰਸੋਂ ਤੱਕ ਜੇ ਦੁਕਾਨਾਂ ਨਹੀਂ ਖੁਲਵਾਉਂਦਾ ਤੇ ਤੁਸੀਂ ਸਾਰੇ ਖੜੇ ਹੋ ਕੇ ਨਾਲ ਪਰਸੋਂ ਨੂੰ ਦੁਕਾਨਾਂ ਖੁਦ ਖੁਲਵਾਓਗੇ, ਖੜੋਗੇ ਨਾਲ ਆ ਕੇ ਇਹਨਾਂ ਦੇ? ਇਸ ਤਰ੍ਹਾਂ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ, ਗੁਰੂ ਸਾਹਿਬ ਦੀ ਰਹਿਮਤ ਨਾਲ ਕਿ ਸਾਡਾ 1.25 ਲੱਖ ਸਿੰਘ ਜਾ ਕੇ ਖਿਲਾ ਸਕਦਾ, ਕਿ ਸਾਨੂੰ ਪੂਰਨ ਵਿਸ਼ਵਾਸ ਹੈ ਗੁਰੂ ਸਾਹਿਬ ਤੇ ਕਿ ਗੁਰੂ ਸਾਹਿਬ ਨੇ 1.25 ਲੱਖ ਏਕ ਲਾਉ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਕਿ ਗੁਰੂ ਸਾਹਿਬ ਦੀ ਰਹਿਮਤ ਹੈ। ਜੋ ਕਾਰਜ ਗੁਰੂ ਸਾਹਿਬ ਨੇ ਸਾਨੂੰ ਸੌਂਪੇ ਨੇ ਉਹ ਕਾਰਜ ਅਸੀਂ ਗੁਰੂ ਦੇ ਹੁਕਮ ਨਾਲ ਕਰਦੇ ਹਾਂ ਤੇ ਗੁਰੂ ਦਾ ਹੁਕਮ ਤੇ ਓਟ ਆਸਰਾ ਲੈ ਕੇ ਇਹ ਕਾਰਜ ਜਿਹੜਾ ਆਰੰਭਿਆ, ਇਹ ਕੀਤਾ, ਇਹਨੂੰ ਸਫਲ ਕਰਾਂਗੇ। ਸੋ ਤੁਸੀਂ ਸੁਣਿਆ ਜੀ, ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਆ। ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਇਹਨਾਂ ਸਾਰੀਆਂ ਗੱਲਾਂ ਦੇ ਪ੍ਰਤੀ ਕੀ ਰਾਏ ਹੈਗੀ ਆ। ਡੀਐਸਪੀ ਸਾਹਿਬ ਨਾਲ ਆਪਾਂ ਗੱਲ ਕੀਤੀ ਹੈ, ਉਹਦੇ ਬਾਬਤ ਵੀ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਉਹ ਕਿਸੇ ਅੰਡਰ ਪ੍ਰੈਸ਼ਰ ਵਿੱਚ ਹੈਗੇ ਨੇ, ਕਿਸੇ ਦੇ ਪ੍ਰੈਸ਼ਰ ਦੇ ਦਬਾਅ ਦੇ ਅਧੀਨ ਹੈਗੇ ਨੇ, ਜਿਹੜਾ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਮੁਹੱਈਆ ਕਰਵਾ ਸਕੇ, ਉਹਨਾਂ ਦੀਆਂ ਦੁਕਾਨਾਂ ਵਧੀਆ ਤਰੀਕੇ ਦੇ ਨਾਲ ਨਹੀਂ ਖੁਲਵਾ ਸਕੇ। ਔਰ ਦੂਏ ਬੰਨੇ ਜਿਨ੍ਹਾਂ ਨੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਈਆਂ ਨੇ, ਜਿਹੜੇ ਧਮਕੀਆਂ ਦਿੰਦੇ ਨੇ, ਦੁਕਾਨਦਾਰਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਉਹ ਨਹੀਂ ਕਰ ਪਾਏ। ਕੀ ਤੁਹਾਨੂੰ ਲੱਗਦਾ ਹੈ ਕਿ ਵਾਕਈ ਉਹ ਪ੍ਰਭਾਵ ਅਧੀਨ ਨੇ ਕਿ ਕਿਸੇ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ, ਕੀ ਇਹ ਵਾਜਬ ਹੈ? ਕੀ ਤੁਹਾਨੂੰ ਲੱਗਦਾ ਕਿ ਵਾਜਬ ਹੈ? ਕੀ ਤੁਹਾਨੂੰ ਲੱਗਦਾ ਕਿ ਜਿਹੜੇ ਇਹ ਦੁਕਾਨਦਾਰ ਹੈਗੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਵੀ ਇਹਨਾਂ ਨੂੰ ਇਸ ਗੱਲ ਦੀ ਸਜ਼ਾ ਮਿਲੀ ਹੈ ਕਿ ਇਹ ਮੁਸਲਮਾਨ ਨੇ, ਜਾਂ ਤੁਹਾਨੂੰ ਕੋਈ ਹੋਰ ਵਜ੍ਹਾ ਲੱਗਦੀ ਹੈ? ਜ਼ਰੂਰ ਕਮੈਂਟ ਕਰਕੇ ਦੱਸਿਓ। ਬਹੁਤ ਬਹੁਤ ਧੰਨਵਾਦ।